ਖੇਤੀਬਾੜੀ ਬਿੱਲ ਦੇ ਵਿਰੋਧ ਵਿੱਚ ਨਿਰੰਤਰ ਕਿਸਾਨ ਅੰਦੋਲਨ ਜਾਰੀ ਹੈ। ਅੱਜ ਤੁਸੀਂ ਥੋੜੀ ਦੇਰ ਪਹਿਲਾਂ ਦੇਖਿਆ ਕਿ ਪੰਜਾਬ ਦੇ ਗਾਇਕ ਗੁਰਦਾਸ ਮਾਨ ਵੀ ਇੱਥੇ ਪੁੱਜੇ ਸੀ ਤੇ ਉਹਨਾਂ ਦੇ ਪਹੁੰਚਦੇ ਹੀ ਕਈ ਤਰ੍ਹਾਂ ਦੇ ਉੱਥੇ ਹਾਲਾਤ ਬਣੇ ਹੈ, ਪਰ ਸਥਿਤੀ ਫਿਰ ਵੀ ਕੰਟਰੋਲ 'ਚ ਹੋ ਗਈ। ਸੋ ਇੱਥੇ ਨੌਜਵਾਨ ਮੌਜੂਦ ਹੈ, ਪੂਰਾ ਦਿਨ ਇੱਥੇ ਪੂਰੀ ਰਾਤ ਇਸ ਅੰਦੋਲਨ ਵਿੱਚ ਡਟੇ ਰਹਿੰਦੇ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਕੀ ਨਾਮ ਹੈ ਔਰ ਜੋ ਗੁਰਦਾਸ ਮਾਨ ਵਾਲਾ ਐਪੀਸੋਡ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਸਵਿੰਦਰ ਸਿੰਘ ਨਾਮ ਹੈ ਜੀ, ਸ਼੍ਰੀ ਅਨੰਦਪੁਰ ਸਾਹਿਬ ਤੋਂ ਆਏ ਹਾਂ। ਗੁਰਦਾਸ ਮਾਨ ਬਾਰੇ ਕਹਿਣਾ ਇਹ ਹੈ ਜੀ, ਪਹਿਲਾਂ ਤਾਂ ਉਹ ਪੰਜਾਬੀ ਬੋਲੀ ਦੇ ਵਿਰੋਧ 'ਚ ਬੋਲਿਆ, ਹਜਾ ਉਹ ਮਸਲਾ ਉਹਦਾ ਖਤਮ ਨਹੀਂ ਹੋਇਆ ਸੀ। ਮੁੜ ਕੇ ਉਹਨੇ ਸਟੇਜ ਤੋਂ ਗਾਲ ਕੱਢਤੀ, ਉਹ ਵੀ ਮਸਲਾ ਖਤਮ ਨਹੀਂ ਹੋਇਆ। ਨਾ ਉਹਦੇ ਬਾਰੇ ਉਹਨੇ ਕੋਈ ਮਾਫੀ ਮੰਗੀ, ਨਾ ਇਸ ਚੀਜ਼ ਤੋਂ ਮੁਨਕਰ ਹੋਇਆ ਵੀ ਮੇਰੇ ਤੋਂ ਜਿਹੜਾ ਬਿਆਨ ਹੈ ਜਿਹੜਾ ਇਹ ਗਲਤ ਬਿਆਨਦੇਹ ਹੋ ਗਿਆ, ਪਰ ਉਹਨੇ ਇਸ ਹੱਕ ਦੇ ਵਿੱਚ ਕੋਈ ਗੱਲ ਨਹੀਂ ਬੋਲੀ। ਹੁਣ ਇੱਥੇ ਸਟੇਜ ਤੇ ਆਇਆ, ਲੋਕਾਂ ਨੇ ਉਹਨੂੰ ਬੋਲਣ ਤੋਂ ਨਾ ਦੇ ਦਿੱਤੀ, ਪਿੱਛੇ ਬੋਲਣਾ ਨਹੀਂ ਹੈਗਾ। ਪਿੱਛੋਂ ਕੁਛ ਆਵਾਜ਼ਾਂ ਉੱਠੀਆਂ ਜੀ। ਕੁਛ ਲੋਕ ਚਾਹੁੰਦੇ ਵੀ ਸੀਗੇ ਜੋ ਉਹਦੇ ਹੱਕ 'ਚ ਸੀਗੇ, ਪਰ ਜਦੋਂ ਉਹਨੂੰ ਇਹ ਨਹੀਂ ਪਤਾ ਸੀਗਾ ਵੀ ਜਿਹੜੀ ਪੰਜਾਬੀ ਮਾਂ ਬੋਲੀ ਆ ਉਹਨੇ ਤੈਨੂੰ ਬਾਬਾ ਬੋੜ ਦਾ ਖਿਤਾਬ ਦਿੱਤਾ ਤੇ ਅੱਜ ਤੂੰ ਉਹਦੇ ਵਿਰੋਧ 'ਚ ਪੁੱਕਦਾ। ਜਿਹੜੇ ਇਦਾਂ ਦੇ ਖੋਟੇ ਸਿੱਕੇ ਇਹਨਾਂ ਦੀ ਸਾਨੂੰ ਲੋੜ ਨਹੀਂ ਹੈਗੀ, ਆਪਾਂ ਨੂੰ ਚਾਹੀਦੇ ਖਰੇ ਸਿੱਕੇ। 100 ਖੋਟਾ ਸਿੱਕਾ ਹੋਣ ਨਾਲੋਂ ਇੱਕ ਖਰਾ ਸਿੱਕਾ ਹੋਣਾ 100 ਗੁਣਾ ਚੰਗਾ ਹੈ। ਇਹੋ ਜਿਹੇ ਲੋਕਾਂ ਨੂੰ ਸਟੇਜ ਤੇ ਬਿਲਕੁਲ ਵੀ ਬੋਲਣ ਨਹੀਂ ਦੇਣਾ ਚਾਹੀਦਾ। ਦੇਖਿਆ ਜਾਵੇ ਪੰਜਾਬੀ ਕਲਾਕਾਰਾਂ ਨੂੰ ਕਾਫੀ ਸਮਾਂ ਦਿੱਤਾ ਜਾ ਰਿਹਾ, ਮਾਣ ਇੱਜ਼ਤ ਵੀ ਦਿੱਤਾ ਜਾ ਰਿਹਾ। ਉਹੀ ਪੁਰਾਣੀ ਘਟਨਾ ਦੇ ਚੱਲਦੇ ਆ ਉਹਨਾਂ ਨੂੰ ਸਮਾਂ ਦਿੱਤਾ ਜਾ ਰਿਹਾ ਨਾ। ਜਿਹੜੇ ਲੋਕ ਅੱਜ ਸਾਡੇ ਨਾਲ ਖੜੇ ਆ ਤੇ ਪਹਿਲਾਂ ਵੀ ਸਾਡੇ ਨਾਲ ਖੜੇ ਸੀ, ਇਹ ਉਹ ਲੋਕ ਹੈ ਜਿਹੜੇ ਪਹਿਲਾਂ ਸਾਡੇ ਗਦਾਰ ਬਣਦੇ ਸੀਗੇ, ਸਾਡੇ ਇੱਕ ਤਰ੍ਹਾਂ ਦੇ ਸਾਡੇ ਵਿਰੋਧ ਚੱਲਦੇ ਸੀਗੇ, ਤੇ ਅੱਜ ਇਹਨਾਂ ਨੂੰ ਲੱਗਿਆ ਵੀ ਜੇ ਆਪਾਂ ਇਸ ਧਰਨੇ ਤੇ ਨਾ ਆ ਕੇ ਬੋਲਾਂਗੇ ਤਾਂ ਸਾਨੂੰ ਕੱਲ ਦੀਆਂ ਸਟੇਜਾਂ ਨਹੀਂ ਮਿਲਣਗੀਆਂ। ਆਪਣੀ ਸਟੇਜ ਪੱਕੀ ਕਰਨ ਵਾਸਤੇ ਇੱਥੇ ਆਏ, ਨਾ ਕਿ ਸਾਡੇ ਕਿਸਾਨਾਂ ਦੇ ਹੱਕ ਵਿੱਚ ਆਏ। ਬਿਲਕੁਲ ਗੱਲਬਾਤ ਜਾਰੀ ਰਹੀ ਕਿਸਾਨਾਂ ਨਾਲ। ਕੀ ਨਾਮ ਹੈ ਜੀ, ਕਿੱਥੋਂ ਆਏ ਔਰ ਕੀ ਕਹਿਣਾ ਚਾਹੁੰਦੇ ਹੋ ਜੋ ਪੂਰਾ ਕਰਨਾ? ਮੇਰਾ ਨਾਮ ਦਵਿੰਦਰਪਾਲ ਸਿੰਘ ਪੂਰਾ, ਹੈਪੀ ਪਿੰਡ ਬਸੀ, ਸਾਬਕਾ ਸਰਪੰਚ, ਬਲਾਕ ਨੂਰਪੁਰ ਬੇਦੀ, ਤਹਿਸੀਲ ਅਨੰਦਪੁਰ ਸਾਹਿਬ, ਜ਼ਿਲ੍ਹਾ ਰੋਪੜ। ਅਸੀਂ ਭਾਜੀ ਤਕਰੀਬਨ 27 ਤਰੀਕ ਤੋਂ ਇੱਥੇ ਧਰਨੇ 'ਚ ਬੈਠੇ ਹਾਂ ਜੀ, ਤੇ ਬਹੁਤ ਕੁਝ ਇੱਥੇ ਦੇਖਣ ਨੂੰ ਮਿਲਿਆ। ਅਸੀਂ ਗੱਲ ਤੁਹਾਡੀ ਠੀਕ ਹੈ, ਗੁਰਦਾਸ ਮਾਨ ਅੱਜ ਆ ਗਿਆ, ਪਰ ਗੁਰਦਾਸ ਮਾਨ ਨਾ ਤਾਂ ਜਿਹੜੇ ਆਪਣੇ ਪਿਛਲੇ 2 ਮਹੀਨੇ ਤੋਂ ਪੰਜਾਬ 'ਚ ਕਿਸੇ ਵੀ ਨਹੀਂ ਆਇਆ, ਕਿਸੇ ਧਰਨੇ 'ਚ ਤਾਂ ਆ ਕੇ ਚਲੋ ਸਮੂਲੀਅਤ ਕਰਦੇ ਆਪਣੀ, ਫਿਰ ਵੀ ਲੋਕਾਂ, ਪਰ ਅੱਜ ਜੋ ਕਿਸਾਨ ਆ ਉਹਨਾਂ 'ਚ ਬਿਲਕੁਲ ਰੋਸ ਹੈ ਵੀ ਅੱਜ ਇੱਕ ਆਪਣੀ ਸਫਾਈ ਦੇਣ ਵਾਸਤੇ ਇੱਥੇ ਆ ਗਏ ਆ। ਲੱਗਦਾ ਕਿ ਜਦੋਂ ਚਰਮ ਪਰ ਪੁੱਜ ਗਿਆ ਪ੍ਰਦਰਸ਼ਨ ਫਿਰ ਆਏ। ਬਿਲਕੁਲ ਬਿਲਕੁਲ। ਹੁਣ ਜਿਹੜਾ ਸਾਡਾ ਅੰਦੋਲਨ ਹੈ 96% ਪੂਰਾ ਸਿਖਰਾਂ ਤੇ ਹੈ, ਸਿਰਫ 4% ਦੀ ਬਾਕੀ ਹੈ। ਇਹ ਤਾਂ ਸਵਾਦ ਆਣਾ ਸੀਗਾ ਜਦੋਂ ਇਹ 2 ਮਹੀਨੇ ਤੋਂ ਪਹਿਲਾਂ ਬੇਸ਼ੱਕ ਇੱਕ ਵਾਰੀ ਵੀ ਆ ਜਾਂਦਾ। ਹੁਣ ਦਲਜੀਤ, ਸਾਡੇ ਜਿਹੜੇ ਕਲਾਕਾਰ ਦਲਜੀਤ ਦੋਸਾਂਝ ਜੀ, ਉਹਨਾਂ ਨੇ ਆ ਕੇ ਉਹ ਪਹਿਲਾਂ ਵੀ ਆਏ, 1 ਕਰੋੜ ਰੁਪਈਆ ਦਿੱਤਾ, 20 ਲੱਖ ਰੁਪਇਆ ਉਹ ਕਿਸਾਨ ਨੂੰ ਵੀ ਦਿੱਤਾ ਹੈ ਜਿਹੜਾ ਵਿਚਾਰੇ ਦੀ ਮੌਤ ਹੋ ਗਈ ਹੈ। ਸਾਨੂੰ ਇਹੋ ਜਿਹੇ ਬੰਦੇ ਦੀ ਲੋੜ ਹੈ, ਨਾ ਕਿ ਸਾਨੂੰ ਫੋਕੀ ਸ਼ੌਹਰਤ ਵਾਲਿਆਂ ਦੀ ਸਾਨੂੰ ਕਿਸੇ ਦੀ ਕੋਈ ਜ਼ਰੂਰਤ ਨਹੀਂ ਹੈ। ਬਿਲਕੁਲ ਸੁਣ ਸਕਦੇ ਹੋ ਹਾਲਾਤ। ਜਸਵਿੰਦਰ ਸਿੰਘ ਜੀ, ਹਾਲਾਤ ਚਲੋ ਹਰ ਵਰਗ ਮਦਦ ਕਰ ਰਿਹਾ, ਇਸ ਅੰਦੋਲਨ ਵਿੱਚ ਹਿੱਸਾ ਬਣ ਰਿਹਾ ਹੈ। ਕੀ ਕਹਿਣਾ ਚਾਹੋਗੇ ਜੋ ਇਸ ਤਰ੍ਹਾਂ ਦੇ ਐਪੀਸੋਡ ਹੋ ਜਾਂਦੇ ਕਲਾਕਾਰਾਂ ਨੂੰ, ਕੀ ਮੈਸੇਜ ਦੇਣਾ ਚਾਹੁੰਦੇ? ਮੈਸੇਜ ਤਾਂ ਮੇਰਾ ਇਹੋ ਹੈ ਵੀ ਜਿਹੜੇ ਚੰਗੇ ਕਲਾਕਾਰ ਹੈ ਉਹ ਅੱਗੇ ਆਉਣ, ਤੇ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਉਹਨਾਂ ਨੂੰ ਸਟੇਜ ਤੇ ਬੋਲਣ ਦਾ ਮੌਕਾ ਵੀ ਦਿੱਤਾ ਜਾਵੇ। ਆਪਣੇ ਪੰਜਾਬੀਆਂ ਨਾਲੋਂ ਜ਼ਿਆਦਾ ਹਰਿਆਣੇ ਦੇ ਲੋਕਾਂ ਨੂੰ, ਯੂਪੀ ਦੇ ਆ, ਰਾਜਸਥਾਨ ਤੋਂ ਜਿੱਥੋਂ ਵੀ ਆ ਰਹੇ ਆ ਲੋਕ, ਉਹਨਾਂ ਨੂੰ ਸਮਾਂ ਵੱਧ ਦਿੱਤਾ ਜਾਵੇ। ਬਾਕੀ ਗੱਲ ਰਹੀ ਗੁਰਦਾਸ ਮਾਨ ਦੀ, ਗੁਰਦਾਸ ਮਾਨ ਨੇ ਵੀ ਬੜਾ ਇੱਕ ਸਮਾਂ ਦਿੱਤਾ, ਕਿਆ ਉਹਨਾਂ ਨੂੰ ਜੋ ਇਹ ਘਟਨਾ ਹੋਈ ਉਹਨੂੰ ਨਿਬੇੜ ਲੈਣਾ ਨਹੀਂ ਸਮਾਂ ਦਿੱਤਾ। ਦੇਖੋ ਗੁਰਦਾਸ ਮਾਨ ਨੂੰ ਵੀ ਪੰਜਾਬ ਨੇ ਕੋਈ ਘੱਟ ਨਹੀਂ ਦਿੱਤਾ, ਉਹਨੂੰ ਕਿੱਥੋਂ ਚੱਕ ਕੇ ਜੀਰੋ ਤੋਂ ਚੱਕ ਕੇ ਹੀਰੋ ਬਣਾਇਆ, ਸਿਖਰਾਂ ਤੇ ਲੈ ਕੇ ਗਏ। ਪਰ ਅੱਜ ਉਹਨੇ ਕੀਤਾ ਕੀ ਹੈ? ਉਹ ਸਟੇਜ ਤੋਂ ਜਾ ਕੇ ਬੋਲਦਾ, ਗਾਲਾਂ ਕੱਢਦਾ, ਕਿਆ ਉਹਨੂੰ ਇਹ ਚੀਜ਼ ਚੰਗੀ ਸ਼ੋਭਾ ਦਿੰਦੀ ਏ? ਬਾਬਾ ਬੋੜ ਕਿਹਾ ਜਾਂਦਾ ਸੀਗਾ ਉਹਨੂੰ। ਜੇ ਉਹਨੂੰ ਅੱਜ ਚੇਤਾ ਆ ਗਿਆ ਵੀ ਆਪਾਂ ਕਿਸਾਨਾਂ ਦੇ ਹੱਕ 'ਚ ਜਾਣਾ, ਹੁਣ ਦੇਖਿਆ ਉਹਨੇ ਵੀ ਜਿਹੜੀ ਲਹਿਰ ਹੈ, ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਸਿਖਰਾਂ ਤੇ ਪਹੁੰਚ ਗਿਆ, ਤੇ ਅੱਜ ਦਿੱਲੀ ਪਹੁੰਚ ਗਿਆ ਜੀ, ਸਿੰਘੂ ਬਾਰਡਰ ਤੇ ਉਹ। ਤੇ ਪਿਛਲੇ 2 ਮਹੀਨੇ ਤੋਂ ਜਿਹੜੇ ਰੋਡਾਂ ਤੇ ਬੈਠੇ ਉਸ ਟਾਈਮ ਕਿੱਥੇ ਸੀ ਉਹ? ਉਹਨੂੰ ਟੋਲ ਟੈਕਸ ਨਹੀਂ ਦਿਖਦੇ ਸੀ, ਜਾਂ ਜਿਹੜੇ ਰੇਲਵੇ ਟਰੈਕ ਬੰਦ ਕੀਤੇ ਸੀ ਉਹ ਉਹਨੂੰ ਦਿਖਦੇ ਨਹੀਂ ਸੀਗੇ। ਉਸ ਟਾਈਮ ਤੱਕ ਚੁੱਪ ਧਾਰ ਕੇ ਬੈਠਾ ਸੀ, ਗੁੰਗਾ ਬਣ ਕੇ ਬੈਠਾ ਸੀਗਾ। ਅੱਜ ਉਹਨੂੰ ਬੋਲਣ ਦਾ ਪਤਾ ਲੱਗ ਗਿਆ ਵੀ ਆਪਾਂ ਉੱਥੇ ਜਾਣਾ ਹੈ। ਕਿਤੇ ਨਾ ਕਿਤੇ ਜੋ ਲੇਟ ਐਂਟਰੀ ਹੈ ਗੁਰਦਾਸ ਮਾਨ ਦੀ ਇੱਥੇ ਹੋਈ ਹੈ, ਬਿਲਕੁਲ ਤੁਹਾਡੇ ਸਾਹਮਣੇ ਹਾਲਾਤ ਸੀ ਜਦੋਂ ਉਹ ਐਂਟਰ ਕਰੇ ਸੀ। ਉਸ ਵਕਤ ਪਿੱਛੋਂ ਕੁਝ ਆਵਾਜ਼ਾਂ ਉੱਠੀਆਂ ਸੀ ਕਿ ਬੋਲਣ ਨਾ ਦਿੱਤਾ ਜਾਵੇ, ਤੇ ਕਾਫੀ ਲੋਕ ਜੋ ਉੱਥੇ ਬੈਠੇ ਚਾਹੁੰਦੇ ਵੀ ਸੀ ਬੋਲਣ, ਪਰ ਜੋ ਉੱਥੇ ਦੇ ਪ੍ਰਬੰਧਕ ਸੀ ਮੌਕੇ ਦੇ, ਤੇ ਉਹਨਾਂ ਨੇ ਸਥਿਤੀ ਨੂੰ ਸੰਭਾਲ ਲਿਆ, ਕੰਟਰੋਲ ਰੱਖਿਆ। ਕੋਈ ਵਾਦ ਵਿਵਾਦ ਵਾਲੀ ਗੱਲ ਉੱਥੇ ਖੈਰ ਜ਼ਿਆਦਾ ਨਹੀਂ ਹੋਈ, ਪਰ ਜੋ ਹਾਲਾਤ ਤੁਹਾਡੇ ਸਾਹਮਣੇ ਨੇ, ਕਿਉਂਕਿ ਇਹ ਯੂਥ ਹੈ ਪੰਜਾਬ ਦਾ, ਜੋ ਇਹਨਾਂ ਦੀਆਂ ਮਨਾਂ ਦੀਆਂ ਭਾਵਨਾ ਹੈ, ਕਿਤੇ ਨਾ ਕਿਤੇ ਕਿਸੇ ਸਮੇਂ ਦੇ ਵਿੱਚ ਜੋ ਸ਼ਬਦ ਕਹੇ ਗਏ ਸੀ ਉਹ ਪੂਰੇ ਮਾਮਲੇ ਨੂੰ, ਜਾਂ ਕਿਸਾਨਾਂ ਦਾ ਜਿਸ ਤਰ੍ਹਾਂ ਕਹਿਣਾ ਕਿ 2 ਮਹੀਨੇ ਤੋਂ ਲਗਾਤਾਰ ਅਸੀਂ ਸੜਕਾਂ ਤੇ ਆ, 3 ਮਹੀਨੇ ਤੋਂ ਸੜਕਾਂ ਤੇ ਆ, ਸਾਡਾ ਉਸ ਵਕਤ ਵੀ ਉਹਨਾਂ ਨੂੰ ਆ ਕੇ ਸਾਥ ਦੇਣਾ ਚਾਹੀਦਾ ਹੈ। ਕਿਤੇ ਨਾ ਕਿਤੇ ਇਸ ਗੱਲ ਦਾ ਇਸ਼ਾਰਾ ਕਰਦਾ ਹੈ ਜੇਕਰ ਗਲਤੀ ਕੋਈ ਪੰਜਾਬ ਦਾ ਬੰਦਾ ਵੀ ਕਰੇ ਤਾਂ ਵੀ ਇਹ ਜੋ ਅਣਖੀ ਲੋਕ ਹੈ ਉਸ ਗੱਲ ਨੂੰ ਉਸ ਵਕਤ ਤੱਕ ਨਹੀਂ ਖਤਮ ਕਰਦੇ ਜਦੋਂ ਤੱਕ ਉਹ ਗੱਲ ਉਸ ਪਾਸਿਓਂ ਨਾ ਮੁੱਕ ਜਾਵੇ। ਫਿਰ ਕੇਂਦਰ ਸਰਕਾਰ ਇੱਥੋਂ ਹੀ ਸਹਿਜ ਅੰਦਾਜ਼ਾ ਲਾ ਸਕਦੀ ਹੈ ਕਿ ਇਸ ਕਿਸਾਨ ਅੰਦੋਲਨ ਦੇ ਲਈ ਇਹ ਪੂਰੇ ਜੋ ਪੰਜਾਬੀ ਲੋਕ ਨੇ ਕਿੰਨੇ ਪੱਧਰ ਤੱਕ ਔਰ ਕਿੰਨੀ ਸੱਦਤ ਤੱਕ ਡਟੇ ਹੋਏ ਨੇ। ਫਿਲਹਾਲ ਡੇਲੀ ਪੋਸਟ ਪੰਜਾਬੀ ਦੇ ਲਈ ਕੈਮਰਾਮੈਨ ਪਰਮਿੰਦਰ ਦੇ ਨਾਲ ਸਿੰਧੂ ਬਾਰਡਰ ਦਿੱਲੀ ਤੋਂ ਗੌਰਵ ਰਾਣਾ ਦੀ ਰਿਪੋਰਟ।
ਖੇਤੀਬਾੜੀ ਬਿੱਲ ਦੇ ਵਿਰੋਧ ਵਿੱਚ ਨਿਰੰਤਰ ਕਿਸਾਨ ਅੰਦੋਲਨ ਜਾਰੀ ਹੈ। ਅੱਜ ਤੁਸੀਂ ਥੋੜੀ ਦੇਰ ਪਹਿਲਾਂ ਦੇਖਿਆ ਕਿ ਪੰਜਾਬ ਦੇ ਗਾਇਕ ਗੁਰਦਾਸ ਮਾਨ ਵੀ ਇੱਥੇ ਪੁੱਜੇ ਸੀ ਤੇ ਉਹਨਾਂ ਦੇ ਪਹੁੰਚਦੇ ਹੀ ਕਈ ਤਰ੍ਹਾਂ ਦੇ ਉੱਥੇ ਹਾਲਾਤ ਬਣੇ ਹੈ, ਪਰ ਸਥਿਤੀ ਫਿਰ ਵੀ ਕੰਟਰੋਲ 'ਚ ਹੋ ਗਈ। ਸੋ ਇੱਥੇ ਨੌਜਵਾਨ ਮੌਜੂਦ ਹੈ, ਪੂਰਾ ਦਿਨ ਇੱਥੇ ਪੂਰੀ ਰਾਤ ਇਸ ਅੰਦੋਲਨ ਵਿੱਚ ਡਟੇ ਰਹਿੰਦੇ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ, ਕੀ ਨਾਮ ਹੈ ਔਰ ਜੋ ਗੁਰਦਾਸ ਮਾਨ ਵਾਲਾ ਐਪੀਸੋਡ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਸਵਿੰਦਰ ਸਿੰਘ ਨਾਮ ਹੈ ਜੀ, ਸ਼੍ਰੀ ਅਨੰਦਪੁਰ ਸਾਹਿਬ ਤੋਂ ਆਏ ਹਾਂ। ਗੁਰਦਾਸ ਮਾਨ ਬਾਰੇ ਕਹਿਣਾ ਇਹ ਹੈ ਜੀ, ਪਹਿਲਾਂ ਤਾਂ ਉਹ ਪੰਜਾਬੀ ਬੋਲੀ ਦੇ ਵਿਰੋਧ 'ਚ ਬੋਲਿਆ, ਹਜਾ ਉਹ ਮਸਲਾ ਉਹਦਾ ਖਤਮ ਨਹੀਂ ਹੋਇਆ ਸੀ। ਮੁੜ ਕੇ ਉਹਨੇ ਸਟੇਜ ਤੋਂ ਗਾਲ ਕੱਢਤੀ, ਉਹ ਵੀ ਮਸਲਾ ਖਤਮ ਨਹੀਂ ਹੋਇਆ। ਨਾ ਉਹਦੇ ਬਾਰੇ ਉਹਨੇ ਕੋਈ ਮਾਫੀ ਮੰਗੀ, ਨਾ ਇਸ ਚੀਜ਼ ਤੋਂ ਮੁਨਕਰ ਹੋਇਆ ਵੀ ਮੇਰੇ ਤੋਂ ਜਿਹੜਾ ਬਿਆਨ ਹੈ ਜਿਹੜਾ ਇਹ ਗਲਤ ਬਿਆਨ ਦੇ ਹੋ ਗਿਆ, ਪਰ ਉਹਨੇ ਇਸ ਹੱਕ ਦੇ ਵਿੱਚ ਕੋਈ ਗੱਲ ਨਹੀਂ ਬੋਲੀ। ਹੁਣ ਇੱਥੇ ਸਟੇਜ ਤੇ ਆਇਆ, ਲੋਕਾਂ ਨੇ ਉਹਨੂੰ ਬੋਲਣ ਤੋਂ ਨਾ ਦੇ ਦਿੱਤੀ, ਪਿੱਛੇ ਬੋਲਣਾ ਨਹੀਂ ਹੈਗਾ। ਪਿੱਛੋਂ ਕੁਛ ਆਵਾਜ਼ਾਂ ਉੱਠੀਆਂ ਜੀ, ਕੁਛ ਲੋਕ ਚਾਹੁੰਦੇ ਵੀ ਸੀਗੇ ਜੋ ਉਹਦੇ ਹੱਕ 'ਚ ਸੀਗੇ, ਪਰ ਜਦੋਂ ਉਹਨੂੰ ਇਹ ਨਹੀਂ ਪਤਾ ਸੀਗਾ ਵੀ ਜਿਹੜੀ ਪੰਜਾਬੀ ਮਾਂ ਬੋਲੀ ਆ ਉਹਨੇ ਤੈਨੂੰ ਬਾਬਾ ਬੋੜ ਦਾ ਖਿਤਾਬ ਦਿੱਤਾ ਤੇ ਅੱਜ ਤੂੰ ਉਹਦੇ ਵਿਰੋਧ 'ਚ ਪੁੱਕਦਾ। ਜਿਹੜੇ ਇਦਾਂ ਦੇ ਖੋਟੇ ਸਿੱਕੇ ਇਹਨਾਂ ਦੀ ਸਾਨੂੰ ਲੋੜ ਨਹੀਂ ਹੈਗੀ, ਆਪਾਂ ਨੂੰ ਚਾਹੀਦੇ ਖਰੇ ਸਿੱਕੇ। 100 ਖੋਟਾ ਸਿੱਕਾ ਹੋਣ ਨਾਲੋਂ ਇੱਕ ਖਰਾ ਸਿੱਕਾ ਹੋਣਾ 100 ਗੁਣਾ ਚੰਗਾ ਹੈ। ਇਹੋ ਜਿਹੇ ਲੋਕਾਂ ਨੂੰ ਸਟੇਜ ਤੇ ਬਿਲਕੁਲ ਵੀ ਬੋਲਣ ਨਹੀਂ ਦੇਣਾ ਚਾਹੀਦਾ। ਦੇਖਿਆ ਜਾਵੇ ਪੰਜਾਬੀ ਕਲਾਕਾਰਾਂ ਨੂੰ ਕਾਫੀ ਸਮਾਂ ਦਿੱਤਾ ਜਾ ਰਿਹਾ, ਮਾਣ ਇੱਜ਼ਤ ਵੀ ਦਿੱਤਾ ਜਾ ਰਿਹਾ, ਉਹੀ ਪੁਰਾਣੀ ਘਟਨਾ ਦੇ ਚੱਲਦੇ ਆ ਉਹਨਾਂ ਨੂੰ ਸਮਾਂ ਦਿੱਤਾ ਜਾ ਰਿਹਾ ਨਾ। ਜਿਹੜੇ ਲੋਕ ਅੱਜ ਸਾਡੇ ਨਾਲ ਖੜੇ ਆ ਤੇ ਪਹਿਲਾਂ ਵੀ ਸਾਡੇ ਨਾਲ ਖੜੇ ਸੀ, ਇਹ ਉਹ ਲੋਕ ਹੈ ਜਿਹੜੇ ਪਹਿਲਾਂ ਸਾਡੇ ਗਦਾਰ ਬਣਦੇ ਸੀਗੇ, ਸਾਡੇ ਇੱਕ ਤਰ੍ਹਾਂ ਦੇ ਸਾਡੇ ਵਿਰੋਧ ਚੱਲਦੇ ਸੀਗੇ, ਤੇ ਅੱਜ ਇਹਨਾਂ ਨੂੰ ਲੱਗਿਆ ਵੀ ਜੇ ਆਪਾਂ ਇਸ ਧਰਨੇ ਤੇ ਨਾ ਆ ਕੇ ਬੋਲਾਂਗੇ ਤਾਂ ਸਾਨੂੰ ਕੱਲ ਦੀਆਂ ਸਟੇਜਾਂ ਨਹੀਂ ਮਿਲਣਗੀਆਂ। ਆਪਣੀ ਸਟੇਜ ਪੱਕੀ ਕਰਨ ਵਾਸਤੇ ਇੱਥੇ ਆਏ, ਨਾ ਕਿ ਸਾਡੇ ਕਿਸਾਨਾਂ ਦੇ ਹੱਕ ਵਿੱਚ ਆਏ। ਬਿਲਕੁਲ ਗੱਲਬਾਤ ਜਾਰੀ ਰਹੀ ਕਿਸਾਨਾਂ ਨਾਲ। ਕੀ ਨਾਮ ਹੈ ਜੀ, ਕਿੱਥੋਂ ਆਏ ਔਰ ਕੀ ਕਹਿਣਾ ਚਾਹੁੰਦੇ ਹੋ ਜੋ ਪੂਰਾ ਕਰਨਾ? ਮੇਰਾ ਨਾਮ ਦਵਿੰਦਰਪਾਲ ਸਿੰਘ ਪੂਰਾ, ਹੈਪੀ ਪਿੰਡ ਬਸੀ, ਸਾਬਕਾ ਸਰਪੰਚ, ਬਲਾਕ ਨੂਰਪੁਰ ਬੇਦੀ, ਤਹਿਸੀਲ ਅਨੰਦਪੁਰ ਸਾਹਿਬ, ਜ਼ਿਲ੍ਹਾ ਰੋਪੜ। ਅਸੀਂ ਭਾਜੀ ਤਕਰੀਬਨ 27 ਤਰੀਕ ਤੋਂ ਇੱਥੇ ਧਰਨੇ 'ਚ ਬੈਠੇ ਹਾਂ ਜੀ, ਤੇ ਬਹੁਤ ਕੁਝ ਇੱਥੇ ਦੇਖਣ ਨੂੰ ਮਿਲਿਆ। ਅਸੀਂ ਗੱਲ ਤੁਹਾਡੀ ਠੀਕ ਹੈ, ਗੁਰਦਾਸ ਮਾਨ ਅੱਜ ਆ ਗਿਆ, ਪਰ ਗੁਰਦਾਸ ਮਾਨ ਨਾ ਤਾਂ ਜਿਹੜੇ ਆਪਣੇ ਪਿਛਲੇ 2 ਮਹੀਨੇ ਤੋਂ ਪੰਜਾਬ 'ਚ ਕਿਸੇ ਵੀ ਨਹੀਂ ਆਇਆ, ਕਿਸੇ ਧਰਨੇ 'ਚ ਤਾਂ ਆ ਕੇ ਚਲੋ ਸਮੂਲੀਅਤ ਕਰਦੇ ਆਪਣੀ, ਫੇਰ ਵੀ ਲੋਕਾਂ, ਪਰ ਅੱਜ ਜੋ ਕਿਸਾਨ ਆ ਉਹਨਾਂ 'ਚ ਬਿਲਕੁਲ ਰੋਸ ਹੈ ਵੀ ਅੱਜ ਇੱਕ ਆਪਣੀ ਸਫਾਈ ਦੇਣ ਵਾਸਤੇ ਇੱਥੇ ਆ ਗਏ ਆ। ਲੱਗਦਾ ਕਿ ਜਦੋਂ ਚਰਮ ਪਰ ਪੁੱਜ ਗਿਆ ਪ੍ਰਦਰਸ਼ਨ ਫੇਰ ਆਏ। ਬਿਲਕੁਲ ਹੁਣ ਜਿਹੜਾ ਸਾਡਾ ਅੰਦੋਲਨ ਹੈ 96% ਪੂਰਾ ਸਿਖਰਾਂ ਤੇ ਹੈ, ਸਿਰਫ 4% ਦੀ ਬਾਕੀ ਹੈ। ਇਹ ਤਾਂ ਸਵਾਦ ਆਣਾ ਸੀਗਾ ਜਦੋਂ ਇਹ 2 ਮਹੀਨੇ ਤੋਂ ਪਹਿਲਾਂ ਬੇਸ਼ੱਕ ਇੱਕ ਵਾਰੀ ਵੀ ਆ ਜਾਂਦਾ। ਹੁਣ ਦਲਜੀਤ, ਸਾਡੇ ਜਿਹੜੇ ਕਲਾਕਾਰ ਦਲਜੀਤ ਦੋਸਾਂਝ ਜੀ, ਉਹਨਾਂ ਨੇ ਆ ਕੇ ਉਹ ਪਹਿਲਾਂ ਵੀ ਆਏ, 1 ਕਰੋੜ ਰੁਪਈਆ ਦਿੱਤਾ, 20 ਲੱਖ ਰੁਪਇਆ ਉਹ ਕਿਸਾਨ ਨੂੰ ਵੀ ਦਿੱਤਾ ਹੈ ਜਿਹੜਾ ਵਿਚਾਰੇ ਦੀ ਮੌਤ ਹੋ ਗਈ ਹੈ। ਸਾਨੂੰ ਇਹੋ ਜਿਹੇ ਬੰਦੇ ਦੀ ਲੋੜ ਹੈ, ਨਾ ਕਿ ਸਾਨੂੰ ਫੋਕੀ ਸ਼ੌਹਰਤਾਂ ਦੀ, ਸਾਨੂੰ ਕਿਸੇ ਦੀ ਕੋਈ ਜ਼ਰੂਰਤ ਨਹੀਂ ਹੈ। ਬਿਲਕੁਲ ਸੁਣ ਸਕਦੇ ਹੋ ਹਾਲਾਤ। ਜਸਵਿੰਦਰ ਸਿੰਘ ਜੀ, ਹਾਲਾਤ ਚਲੋ ਹਰ ਵਰਗ ਮਦਦ ਕਰ ਰਿਹਾ, ਇਸ ਅੰਦੋਲਨ ਵਿੱਚ ਹਿੱਸਾ ਬਣ ਰਿਹਾ ਹੈ, ਕੀ ਕਹਿਣਾ ਚਾਹੋਗੇ ਜੋ ਇਸ ਤਰ੍ਹਾਂ ਦੇ ਐਪੀਸੋਡ ਹੋ ਜਾਂਦੇ ਕਲਾਕਾਰਾਂ ਨੂੰ, ਕੀ ਮੈਸੇਜ ਦੇਣਾ ਚਾਹੁੰਦੇ? ਮੈਸੇਜ ਤਾਂ ਮੇਰਾ ਇਹੋ ਹੈ ਵੀ ਜਿਹੜੇ ਚੰਗੇ ਕਲਾਕਾਰ ਹੈ ਉਹ ਅੱਗੇ ਆਣ, ਤੇ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਉਹਨਾਂ ਨੂੰ ਸਟੇਜ ਤੇ ਬੋਲਣ ਦਾ ਮੌਕਾ ਵੀ ਦਿੱਤਾ ਜਾਵੇ। ਆਪਣੇ ਪੰਜਾਬੀਆਂ ਨਾਲੋਂ ਜ਼ਿਆਦਾ ਹਰਿਆਣੇ ਦੇ ਲੋਕਾਂ ਨੂੰ, ਯੂਪੀ ਦੇ ਆ, ਰਾਜਸਥਾਨ ਤੋਂ ਜਿੱਥੋਂ ਵੀ ਆ ਰਹੇ ਆ ਲੋਕ, ਉਹਨਾਂ ਨੂੰ ਸਮਾਂ ਵੱਧ ਦਿੱਤਾ ਜਾਵੇ। ਬਾਕੀ ਗੱਲ ਰਹੀ ਗੁਰਦਾਸ ਮਾਨ ਦੀ, ਗੁਰਦਾਸ ਮਾਨ ਨੇ ਵੀ ਬੜਾ ਇੱਕ ਸਮਾਂ ਦਿੱਤਾ, ਕਿਆ ਉਹਨਾਂ ਨੂੰ ਜੋ ਇਹ ਘਟਨਾ ਹੋਈ ਉਹਨੂੰ ਨਿਬੇੜ ਲੈਣਾ ਨਹੀਂ ਚਾਹੀਦਾ? ਸਮਾਂ ਦਿੱਤਾ। ਦੇਖੋ ਗੁਰਦਾਸ ਮਾਨ ਨੂੰ ਵੀ ਪੰਜਾਬ ਨੇ ਕੋਈ ਘੱਟ ਨਹੀਂ ਦਿੱਤਾ, ਉਹਨੂੰ ਕਿੱਥੋਂ ਚੱਕ ਕੇ ਜੀਰੋ ਤੋਂ ਚੱਕ ਕੇ ਹੀਰੋ ਬਣਾਇਆ, ਸਿਖਰਾਂ ਤੇ ਲੈ ਕੇ ਗਏ। ਪਰ ਅੱਜ ਉਹਨੇ ਕੀਤਾ ਕੀ ਹੈ? ਉਹ ਸਟੇਜ ਤੋਂ ਜਾ ਕੇ ਬੋਲਦਾ, ਗਾਲਾਂ ਕੱਢਦਾ, ਕਿਆ ਉਹਨੂੰ ਇਹ ਚੀਜ਼ ਚੰਗੀ ਸ਼ੋਭਾ ਦਿੰਦੀ ਏ? ਬਾਬਾ ਬੋੜ ਕਿਹਾ ਜਾਂਦਾ ਸੀਗਾ ਉਹਨੂੰ। ਜੇ ਉਹਨੂੰ ਅੱਜ ਚੇਤਾ ਆ ਗਿਆ ਵੀ ਆਪਾਂ ਕਿਸਾਨਾਂ ਦੇ ਹੱਕ 'ਚ ਜਾਣਾ, ਹੁਣ ਦੇਖਿਆ ਉਹਨੇ ਵੀ ਜਿਹੜੀ ਲਹਿਰ ਹੈ, ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਸਿਖਰਾਂ ਤੇ ਪਹੁੰਚ ਗਿਆ, ਤੇ ਅੱਜ ਦਿੱਲੀ ਪਹੁੰਚ ਗਿਆ ਜੀ, ਸਿੰਘੂ ਬਾਰਡਰ ਤੇ ਉਹ। ਤੇ ਪਿਛਲੇ 2 ਮਹੀਨੇ ਤੋਂ ਜਿਹੜੇ ਰੋਡਾਂ ਤੇ ਬੈਠੇ ਉਸ ਟਾਈਮ ਕਿੱਥੇ ਸੀ ਉਹ? ਉਹਨੂੰ ਟੋਲ ਟੈਕਸ ਨਹੀਂ ਦਿਖਦੇ ਸੀ, ਜਾਂ ਜਿਹੜੇ ਰੇਲਵੇ ਟਰੈਕ ਬੰਦ ਕੀਤੇ ਸੀ ਉਹ ਉਹਨੂੰ ਦਿਖਦੇ ਨਹੀਂ ਸੀਗੇ। ਉਸ ਟਾਈਮ ਤੱਕ ਚੁੱਪ ਧਾਰ ਕੇ ਬੈਠਾ ਸੀ, ਗੁੰਗਾ ਬਣ ਕੇ ਬੈਠਾ ਸੀਗਾ। ਅੱਜ ਉਹਨੂੰ ਬੋਲਣ ਦਾ ਪਤਾ ਲੱਗ ਗਿਆ ਵੀ ਆਪਾਂ ਉੱਥੇ ਜਾਣਾ ਹੈ। ਕਿਤੇ ਨਾ ਕਿਤੇ ਜੋ ਲੇਟ ਐਂਟਰੀ ਹੈ ਗੁਰਦਾਸ ਮਾਨ ਦੀ ਇੱਥੇ ਹੋਈ ਹੈ, ਬਿਲਕੁਲ ਤੁਹਾਡੇ ਸਾਹਮਣੇ ਹਾਲਾਤ ਸੀ ਜਦੋਂ ਉਹ ਐਂਟਰ ਕਰੇ ਸੀ, ਉਸ ਵਕਤ ਪਿੱਛੋਂ ਕੁਝ ਆਵਾਜ਼ਾਂ ਉੱਠੀਆਂ ਸੀ ਕਿ ਬੋਲਣ ਨਾ ਦਿੱਤਾ ਜਾਵੇ, ਤੇ ਕਾਫੀ ਲੋਕ ਜੋ ਉੱਥੇ ਬੈਠੇ ਚਾਹੁੰਦੇ ਵੀ ਸੀ ਬੋਲਣ, ਪਰ ਜੋ ਉੱਥੇ ਦੇ ਪ੍ਰਬੰਧਕ ਸੀ ਮੌਕੇ ਦੇ, ਤੇ ਉਹਨਾਂ ਨੇ ਸਥਿਤੀ ਨੂੰ ਸੰਭਾਲ ਲਿਆ, ਕੰਟਰੋਲ ਰੱਖਿਆ। ਕੋਈ ਵਾਦ ਵਿਵਾਦ ਵਾਲੀ ਗੱਲ ਉੱਥੇ ਖੈਰ ਜ਼ਿਆਦਾ ਨਹੀਂ ਹੋਈ, ਪਰ ਜੋ ਹਾਲਾਤ ਤੁਹਾਡੇ ਸਾਹਮਣੇ ਨੇ, ਕਿਉਂਕਿ ਇਹ ਯੂਥ ਹੈ ਪੰਜਾਬ ਦਾ, ਜੋ ਇਹਨਾਂ ਦੀਆਂ ਮਨਾਂ ਦੀਆਂ ਭਾਵਨਾਵਾਂ, ਕਿਤੇ ਨਾ ਕਿਤੇ ਕਿਸੇ ਸਮੇਂ ਦੇ ਵਿੱਚ ਜੋ ਸ਼ਬਦ ਕਹੇ ਗਏ ਸੀ ਉਹ ਪੂਰੇ ਮਾਮਲੇ ਨੂੰ, ਜਾਂ ਕਿਸਾਨਾਂ ਦਾ ਜਿਸ ਤਰ੍ਹਾਂ ਕਹਿਣਾ ਕਿ 2 ਮਹੀਨੇ ਤੋਂ ਲਗਾਤਾਰ ਅਸੀਂ ਸੜਕਾਂ ਤੇ ਹੈ, 3 ਮਹੀਨੇ ਤੋਂ ਸੜਕਾਂ ਤੇ ਹੈ, ਸਾਡਾ ਉਸ ਵਕਤ ਵੀ ਉਹਨਾਂ ਨੂੰ ਆ ਕੇ ਸਾਥ ਦੇਣਾ ਚਾਹੀਦਾ ਹੈ। ਕਿਤੇ ਨਾ ਕਿਤੇ ਇਸ ਗੱਲ ਦਾ ਇਸ਼ਾਰਾ ਕਰਦਾ ਹੈ, ਜੇਕਰ ਗਲਤੀ ਕੋਈ ਪੰਜਾਬ ਦਾ ਬੰਦਾ ਵੀ ਕਰੇ ਤਾਂ ਵੀ ਇਹ ਜੋ ਅਣਖੀ ਲੋਕ ਹੈ ਉਸ ਗੱਲ ਨੂੰ ਉਸ ਵਕਤ ਤੱਕ ਨਹੀਂ ਖਤਮ ਕਰਦੇ ਜਦੋਂ ਤੱਕ ਉਹ ਗੱਲ ਉਸ ਪਾਸਿਓਂ ਨਾ ਮੁੱਕ ਜਾਵੇ। ਫਿਰ ਕੇਂਦਰ ਸਰਕਾਰ ਇੱਥੋਂ ਹੀ ਸਹਿਜ ਅੰਦਾਜ਼ਾ ਲਾ ਸਕਦੀ ਹੈ ਕਿ ਇਸ ਕਿਸਾਨ ਅੰਦੋਲਨ ਦੇ ਲਈ ਇਹ ਪੂਰੇ ਜੋ ਪੰਜਾਬੀ ਲੋਕ ਨੇ ਕਿੰਨੇ ਪੱਧਰ ਤੱਕ ਔਰ ਕਿੰਨੀ ਸੱਦਤ ਤੱਕ ਡਟੇ ਹੋਏ ਨੇ। ਫਿਲਹਾਲ ਡੇਲੀ ਪੋਸਟ ਪੰਜਾਬੀ ਦੇ ਲਈ ਕੈਮਰਾਮੈਨ ਪਰਮਿੰਦਰ ਦੇ ਨਾਲ ਸਿੰਧੂ ਬਾਰਡਰ ਦਿੱਲੀ ਤੋਂ ਗੌਰਵ ਰਾਣਾ ਦੀ ਰਿਪੋਰਟ।
ਖੇਤੀਬਾੜੀ ਬਿੱਲ ਦੇ ਵਿਰੋਧ ਵਿੱਚ ਨਿਰੰਤਰ ਕਿਸਾਨ ਅੰਦੋਲਨ ਜਾਰੀ ਹੈ। ਅੱਜ ਤੁਸੀਂ ਥੋੜੀ ਦੇਰ ਪਹਿਲਾਂ ਦੇਖਿਆ ਕਿ ਪੰਜਾਬ ਦੇ ਗਾਇਕ ਗੁਰਦਾਸ ਮਾਨ ਵੀ ਇੱਥੇ ਪੁੱਜੇ ਸੀ ਤੇ ਉਹਨਾਂ ਦੇ ਪਹੁੰਚਦੇ ਹੀ ਕਈ ਤਰ੍ਹਾਂ ਦੇ ਉੱਥੇ ਹਾਲਾਤ ਬਣੇ ਹੈ, ਪਰ ਸਥਿਤੀ ਫਿਰ ਵੀ ਕੰਟਰੋਲ 'ਚ ਹੋ ਗਈ। ਸੋ ਇੱਥੇ ਨੌਜਵਾਨ ਮੌਜੂਦ ਹੈ, ਪੂਰਾ ਦਿਨ ਇੱਥੇ ਪੂਰੀ ਰਾਤ ਇਸ ਅੰਦੋਲਨ ਵਿੱਚ ਡਟੇ ਰਹਿੰਦੇ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ, ਕੀ ਨਾਮ ਹੈ ਔਰ ਜੋ ਗੁਰਦਾਸ ਮਾਨ ਵਾਲਾ ਐਪੀਸੋਡ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਸਵਿੰਦਰ ਸਿੰਘ ਨਾਮ ਹੈ ਜੀ, ਸ਼੍ਰੀ ਅਨੰਦਪੁਰ ਸਾਹਿਬ ਤੋਂ ਆਏ ਹਾਂ। ਗੁਰਦਾਸ ਮਾਨ ਬਾਰੇ ਕਹਿਣਾ ਇਹ ਹੈ ਜੀ, ਪਹਿਲਾਂ ਤਾਂ ਉਹ ਪੰਜਾਬੀ ਬੋਲੀ ਦੇ ਵਿਰੋਧ 'ਚ ਬੋਲਿਆ, ਹਜਾ ਉਹ ਮਸਲਾ ਉਹਦਾ ਖਤਮ ਨਹੀਂ ਹੋਇਆ ਸੀ। ਮੁੜ ਕੇ ਉਹਨੇ ਸਟੇਜ ਤੋਂ ਗਾਲ ਕੱਢਤੀ, ਉਹ ਵੀ ਮਸਲਾ ਖਤਮ ਨਹੀਂ ਹੋਇਆ। ਨਾ ਉਹਦੇ ਬਾਰੇ ਉਹਨੇ ਕੋਈ ਮਾਫੀ ਮੰਗੀ, ਨਾ ਇਸ ਚੀਜ਼ ਤੋਂ ਮੁਨਕਰ ਹੋਇਆ ਵੀ ਮੇਰੇ ਤੋਂ ਜਿਹੜਾ ਬਿਆਨ ਹੈ ਜਿਹੜਾ ਇਹ ਗਲਤ ਬਿਆਨ ਦੇ ਹੋ ਗਿਆ, ਪਰ ਉਹਨੇ ਇਸ ਹੱਕ ਦੇ ਵਿੱਚ ਕੋਈ ਗੱਲ ਨਹੀਂ ਬੋਲੀ। ਹੁਣ ਇੱਥੇ ਸਟੇਜ ਤੇ ਆਇਆ, ਲੋਕਾਂ ਨੇ ਉਹਨੂੰ ਬੋਲਣ ਤੋਂ ਨਾ ਦੇ ਦਿੱਤੀ, ਪਿੱਛੇ ਬੋਲਣਾ ਨਹੀਂ ਹੈਗਾ। ਪਿੱਛੋਂ ਕੁਛ ਆਵਾਜ਼ਾਂ ਉੱਠੀਆਂ ਜੀ, ਕੁਛ ਲੋਕ ਚਾਹੁੰਦੇ ਵੀ ਸੀਗੇ ਜੋ ਉਹਦੇ ਹੱਕ 'ਚ ਸੀਗੇ, ਪਰ ਜਦੋਂ ਉਹਨੂੰ ਇਹ ਨਹੀਂ ਪਤਾ ਸੀਗਾ ਵੀ ਜਿਹੜੀ ਪੰਜਾਬੀ ਮਾਂ ਬੋਲੀ ਆ ਉਹਨੇ ਤੈਨੂੰ ਬਾਬਾ ਬੋੜ ਦਾ ਖਿਤਾਬ ਦਿੱਤਾ ਤੇ ਅੱਜ ਤੂੰ ਉਹਦੇ ਵਿਰੋਧ 'ਚ ਪੁੱਕਦਾ। ਜਿਹੜੇ ਇਦਾਂ ਦੇ ਖੋਟੇ ਸਿੱਕੇ ਇਹਨਾਂ ਦੀ ਸਾਨੂੰ ਜ਼ਰੂਰਤ ਨਹੀਂ ਹੈਗੀ, ਆਪਾਂ ਨੂੰ ਚਾਹੀਦੇ ਖਰੇ ਸਿੱਕੇ। 100 ਖੋਟਾ ਸਿੱਕਾ ਹੋਣ ਨਾਲੋਂ ਇੱਕ ਖਰਾ ਸਿੱਕਾ ਹੋਣਾ 100 ਗੁਣਾ ਚੰਗਾ ਹੈ। ਇਹੋ ਜਿਹੇ ਲੋਕਾਂ ਨੂੰ ਸਟੇਜ ਤੇ ਬਿਲਕੁਲ ਵੀ ਬੋਲਣ ਨਹੀਂ ਦੇਣਾ ਚਾਹੀਦਾ। ਦੇਖਿਆ ਜਾਵੇ ਪੰਜਾਬੀ ਕਲਾਕਾਰਾਂ ਨੂੰ ਕਾਫੀ ਸਮਾਂ ਦਿੱਤਾ ਜਾ ਰਿਹਾ, ਮਾਣ ਇੱਜ਼ਤ ਵੀ ਦਿੱਤਾ ਜਾ ਰਿਹਾ, ਉਹੀ ਪੁਰਾਣੀ ਘਟਨਾ ਤੇ ਚੱਲਦੇ ਆ। ਉਹਨਾਂ ਨੂੰ ਸਮਾਂ ਦਿੱਤਾ ਜਾ ਰਿਹਾ ਨਾ। ਜਿਹੜੇ ਲੋਕ ਅੱਜ ਸਾਡੇ ਨਾਲ ਖੜੇ ਆ ਤੇ ਪਹਿਲਾਂ ਵੀ ਸਾਡੇ ਨਾਲ ਖੜੇ ਸੀ, ਇਹ ਉਹ ਲੋਕ ਹੈ ਜਿਹੜੇ ਪਹਿਲਾਂ ਸਾਡੇ ਗਦਾਰ ਬਣਦੇ ਸੀਗੇ, ਸਾਡੇ ਇੱਕ ਤਰ੍ਹਾਂ ਦੇ ਸਾਡੇ ਵਿਰੋਧ ਚੱਲਦੇ ਸੀਗੇ, ਤੇ ਅੱਜ ਇਹਨਾਂ ਨੂੰ ਲੱਗਿਆ ਵੀ ਜੇ ਆਪਾਂ ਇਸ ਧਰਨੇ ਤੇ ਨਾ ਆ ਕੇ ਬੋਲਾਂਗੇ ਤਾਂ ਸਾਨੂੰ ਕੱਲ ਦੀਆਂ ਸਟੇਜਾਂ ਨਹੀਂ ਮਿਲਣਗੀਆਂ। ਆਪਣੀ ਸਟੇਜ ਪੱਕੀ ਕਰਨ ਵਾਸਤੇ ਇੱਥੇ ਆਏ, ਨਾ ਕਿ ਸਾਡੇ ਕਿਸਾਨਾਂ ਦੇ ਹੱਕ ਵਿੱਚ ਆਏ। ਬਿਲਕੁਲ ਗੱਲਬਾਤ ਜਾਰੀ ਰਹੀ ਕਿਸਾਨਾਂ ਨਾਲ। ਕੀ ਨਾਮ ਹੈ ਜੀ, ਕਿੱਥੋਂ ਆਏ ਔਰ ਕੀ ਕਹਿਣਾ ਚਾਹੁੰਦੇ ਹੋ ਜੋ ਪੂਰਾ ਕਰਨਾ? ਮੇਰਾ ਨਾਮ ਦਵਿੰਦਰਪਾਲ ਸਿੰਘ ਪੂਰਾ, ਹੈਪੀ ਪਿੰਡ ਬਸੀ, ਸਾਬਕਾ ਸਰਪੰਚ, ਬਲਾਕ ਨੂਰਪੁਰ ਬੇਦੀ, ਤਹਿਸੀਲ ਅਨੰਦਪੁਰ ਸਾਹਿਬ, ਜ਼ਿਲ੍ਹਾ ਰੋਪੜ। ਅਸੀਂ ਭਾਜੀ ਤਕਰੀਬਨ 27 ਤਰੀਕ ਤੋਂ ਇੱਥੇ ਧਰਨੇ 'ਚ ਬੈਠੇ ਆ ਜੀ, ਤੇ ਬਹੁਤ ਕੁਝ ਇੱਥੇ ਦੇਖਣ ਨੂੰ ਮਿਲਿਆ। ਅਸੀਂ ਗੱਲ ਤੁਹਾਡੀ ਠੀਕ ਹੈ, ਗੁਰਦਾਸ ਮਾਨ ਅੱਜ ਆ ਗਿਆ, ਪਰ ਗੁਰਦਾਸ ਮਾਨ ਨਾ ਤਾਂ ਜਿਹੜੇ ਆਪਣੇ ਪਿਛਲੇ 2 ਮਹੀਨੇ ਤੋਂ ਪੰਜਾਬ 'ਚ ਕਿਸੇ ਵੀ ਨਹੀਂ ਆਇਆ, ਕਿਸੇ ਧਰਨੇ 'ਚ ਤਾਂ ਆ ਕੇ ਚਲੋ ਸਮੂਲੀਅਤ ਕਰਦੇ ਆਪਣੀ, ਫਿਰ ਵੀ ਲੋਕਾਂ, ਪਰ ਅੱਜ ਜੋ ਕਿਸਾਨ ਆ ਉਹਨਾਂ 'ਚ ਬਿਲਕੁਲ ਰੋਸ ਹੈ ਵੀ ਅੱਜ ਇੱਕ ਆਪਣੀ ਸਫਾਈ ਦੇਣ ਵਾਸਤੇ ਇੱਥੇ ਆ ਗਏ ਆ। ਲੱਗਦਾ ਕਿ ਜਦੋਂ ਚਰਮ ਪਰ ਪੁੱਜ ਗਿਆ ਪ੍ਰਦਰਸ਼ਨ ਫਿਰ ਆਏ। ਬਿਲਕੁਲ ਬਿਲਕੁਲ। ਹੁਣ ਜਿਹੜਾ ਸਾਡਾ ਅੰਦੋਲਨ ਹੈ 96% ਪੂਰਾ ਸਿਖਰਾਂ ਤੇ ਹੈ, ਸਿਰਫ 4% ਦੀ ਬਾਕੀ ਹੈ। ਇਹ ਤਾਂ ਸਵਾਦ ਆਣਾ ਸੀਗਾ ਜਦੋਂ ਇਹ 2 ਮਹੀਨੇ ਤੋਂ ਪਹਿਲਾਂ ਬੇਸ਼ੱਕ ਇੱਕ ਵਾਰੀ ਵੀ ਆ ਜਾਂਦਾ। ਹੁਣ ਦਲਜੀਤ, ਸਾਡੇ ਜਿਹੜੇ ਕਲਾਕਾਰ ਦਲਜੀਤ ਦੋਸਾਂਝ ਜੀ, ਉਹਨਾਂ ਨੇ ਆ ਕੇ ਉਹ ਪਹਿਲਾਂ ਵੀ ਆਏ, 1 ਕਰੋੜ ਰੁਪਈਆ ਦਿੱਤਾ, 20 ਲੱਖ ਰੁਪਇਆ ਉਹ ਕਿਸਾਨ ਨੂੰ ਵੀ ਦਿੱਤਾ ਹੈ ਜਿਹੜਾ ਵਿਚਾਰੇ ਦੀ ਮੌਤ ਹੋ ਗਈ ਹੈ। ਸਾਨੂੰ ਇਹੋ ਜਿਹੇ ਬੰਦੇ ਦੀ ਲੋੜ ਹੈ, ਨਾ ਕਿ ਸਾਨੂੰ ਫੋਕੀ ਸ਼ੌਹਰਤਾਂ ਦੀ ਸਾਨੂੰ ਕਿਸੇ ਦੀ ਕੋਈ ਜ਼ਰੂਰਤ ਨਹੀਂ ਹੈ। ਬਿਲਕੁਲ ਸੁਣ ਸਕਦੇ ਹੋ ਹਾਲਾਤ। ਜਸਵਿੰਦਰ ਸਿੰਘ ਜੀ, ਹਾਲਾਤ ਚਲੋ ਹਰ ਵਰਗ ਮਦਦ ਕਰ ਰਿਹਾ, ਇਸ ਅੰਦੋਲਨ ਵਿੱਚ ਹਿੱਸਾ ਬਣ ਰਿਹਾ ਹੈ। ਕੀ ਕਹਿਣਾ ਚਾਹੋਗੇ ਜੋ ਇਸ ਤਰ੍ਹਾਂ ਦੇ ਐਪੀਸੋਡ ਹੋ ਜਾਂਦੇ ਕਲਾਕਾਰਾਂ ਨੂੰ, ਕੀ ਮੈਸੇਜ ਦੇਣਾ ਚਾਹੁੰਦੇ? ਮੈਸੇਜ ਤਾਂ ਮੇਰਾ ਇਹੋ ਹੈ ਵੀ ਜਿਹੜੇ ਚੰਗੇ ਕਲਾਕਾਰ ਆ ਉਹ ਅੱਗੇ ਆਉਣ, ਤੇ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਉਹਨਾਂ ਨੂੰ ਸਟੇਜ ਤੇ ਬੋਲਣ ਦਾ ਮੌਕਾ ਵੀ ਦਿੱਤਾ ਜਾਵੇ। ਆਪਣੇ ਪੰਜਾਬੀਆਂ ਨਾਲੋਂ ਜ਼ਿਆਦਾ ਹਰਿਆਣੇ ਦੇ ਲੋਕਾਂ ਨੂੰ, ਯੂਪੀ ਦੇ ਆ, ਰਾਜਸਥਾਨ ਤੋਂ ਜਿੱਥੋਂ ਵੀ ਆ ਰਹੇ ਆ ਲੋਕ, ਉਹਨਾਂ ਨੂੰ ਸਮਾਂ ਵੱਧ ਦਿੱਤਾ ਜਾਵੇ। ਬਾਕੀ ਗੱਲ ਰਹੀ ਗੁਰਦਾਸ ਮਾਨ ਦੀ, ਗੁਰਦਾਸ ਮਾਨ ਨੇ ਵੀ ਬੜਾ ਇੱਕ ਸਮਾਂ ਦਿੱਤਾ, ਕਿਆ ਉਹਨਾਂ ਨੂੰ ਜੋ ਇਹ ਘਟਨਾ ਹੋਈ ਉਹਨੂੰ ਨਿਬੇੜ ਲੈਣਾ ਨੇ ਚਾਹੀਦਾ? ਸਮਾਂ ਦਿੱਤਾ। ਦੇਖੋ ਗੁਰਦਾਸ ਮਾਨ ਨੂੰ ਵੀ ਪੰਜਾਬ ਨੇ ਕੋਈ ਘੱਟ ਨਹੀਂ ਦਿੱਤਾ, ਉਹਨੂੰ ਕਿੱਥੋਂ ਚੱਕ ਕੇ ਜ਼ੀਰੋ ਤੋਂ ਚੱਕ ਕੇ ਹੀਰੋ ਬਣਾਇਆ, ਸਿਖਰਾਂ ਤੇ ਲੈ ਕੇ ਗਏ। ਪਰ ਅੱਜ ਉਹਨੇ ਕੀਤਾ ਕੀ ਹੈ? ਉਹ ਸਟੇਜ ਤੋਂ ਜਾ ਕੇ ਬੋਲਦਾ, ਗਾਲਾਂ ਕੱਢਦਾ, ਕਿਆ ਉਹਨੂੰ ਇਹ ਚੀਜ਼ ਚੰਗੀ ਸੋਭਾ ਦਿੰਦੀ ਏ? ਬਾਬਾ ਬੋੜ ਕਿਹਾ ਜਾਂਦਾ ਸੀਗਾ ਉਹਨੂੰ। ਜੇ ਉਹਨੂੰ ਅੱਜ ਚੇਤਾ ਆ ਗਿਆ ਵੀ ਆਪਾਂ ਕਿਸਾਨਾਂ ਦੇ ਹੱਕ 'ਚ ਜਾਣਾ, ਹੁਣ ਦੇਖਿਆ ਉਹਨੇ ਵੀ ਜਿਹੜੀ ਲਹਿਰ ਹੈ, ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਸਿਖਰਾਂ ਤੇ ਪਹੁੰਚ ਗਿਆ, ਤੇ ਅੱਜ ਦਿੱਲੀ ਪਹੁੰਚ ਗਿਆ ਜੀ, ਸਿੰਘੂ ਬਾਰਡਰ ਤੇ ਉਹ। ਤੇ ਪਿਛਲੇ 2 ਮਹੀਨੇ ਤੋਂ ਜਿਹੜੇ ਰੋਡਾਂ ਤੇ ਬੈਠੇ ਉਸ ਟਾਈਮ ਕਿੱਥੇ ਸੀ ਉਹ? ਉਹਨੂੰ ਟੋਲ ਟੈਕਸ ਨਹੀਂ ਦਿਖਦੇ ਸੀ, ਜਾਂ ਜਿਹੜੇ ਰੇਲਵੇ ਟਰੈਕ ਬੰਦ ਕੀਤੇ ਸੀ ਉਹ ਉਹਨੂੰ ਦਿਖਦੇ ਨਹੀਂ ਸੀਗੇ। ਉਸ ਟਾਈਮ ਤੱਕ ਚੁੱਪ ਧਾਰ ਕੇ ਬੈਠਾ ਸੀ, ਗੁੰਗਾ ਬਣ ਕੇ ਬੈਠਾ ਸੀਗਾ। ਅੱਜ ਉਹਨੂੰ ਬੋਲਣ ਦਾ ਪਤਾ ਲੱਗ ਗਿਆ ਵੀ ਆਪਾਂ ਉੱਥੇ ਜਾਣਾ ਹੈ। ਕਿਤੇ ਨਾ ਕਿਤੇ ਜੋ ਲੇਟ ਐਂਟਰੀ ਹੈ ਗੁਰਦਾਸ ਮਾਨ ਦੀ ਇੱਥੇ ਹੋਈ ਹੈ, ਬਿਲਕੁਲ ਤੁਹਾਡੇ ਸਾਹਮਣੇ ਹਾਲਾਤ ਸੀ ਜਦੋਂ ਉਹ ਐਂਟਰ ਕਰੇ ਸੀ। ਉਸ ਵਕਤ ਪਿੱਛੋਂ ਕੁਝ ਆਵਾਜ਼ਾਂ ਉੱਠੀਆਂ ਸੀ ਕਿ ਬੋਲਣ ਨਾ ਦਿੱਤਾ ਜਾਵੇ, ਤੇ ਕਾਫੀ ਲੋਕ ਜੋ ਉੱਥੇ ਬੈਠੇ ਚਾਹੁੰਦੇ ਵੀ ਸੀ ਬੋਲਣ, ਪਰ ਜੋ ਉੱਥੇ ਦੇ ਪ੍ਰਬੰਧਕ ਸੀ ਮੌਕੇ ਦੇ, ਤੇ ਉਹਨਾਂ ਨੇ ਸਥਿਤੀ ਨੂੰ ਸੰਭਾਲ ਲਿਆ, ਕੰਟਰੋਲ ਰੱਖਿਆ। ਕੋਈ ਵਾਦ ਵਿਵਾਦ ਵਾਲੀ ਗੱਲ ਉੱਥੇ ਖੈਰ ਜ਼ਿਆਦਾ ਨਹੀਂ ਹੋਈ, ਪਰ ਜੋ ਹਾਲਾਤ ਤੁਹਾਡੇ ਸਾਹਮਣੇ ਨੇ, ਕਿਉਂਕਿ ਇਹ ਯੂਥ ਹੈ ਪੰਜਾਬ ਦਾ, ਜੋ ਇਹਨਾਂ ਦੀਆਂ ਮਨਾਂ ਦੀਆਂ ਭਾਵਨਾਵਾਂ, ਕਿਤੇ ਨਾ ਕਿਤੇ ਕਿਸੇ ਸਮੇਂ ਦੇ ਵਿੱਚ ਜੋ ਸ਼ਬਦ ਕਹੇ ਗਏ ਸੀ ਉਹ ਪੂਰੇ ਮਾਮਲੇ ਨੂੰ, ਜਾਂ ਕਿਸਾਨਾਂ ਦਾ ਜਿਸ ਤਰ੍ਹਾਂ ਕਹਿਣਾ ਕਿ 2 ਮਹੀਨੇ ਤੋਂ ਲਗਾਤਾਰ ਅਸੀਂ ਸੜਕਾਂ ਤੇ ਆ, 3 ਮਹੀਨੇ ਤੋਂ ਸੜਕਾਂ ਤੇ ਆ, ਸਾਡਾ ਉਸ ਵਕਤ ਵੀ ਉਹਨਾਂ ਨੂੰ ਆ ਕੇ ਸਾਥ ਦੇਣਾ ਚਾਹੀਦਾ ਹੈ। ਕਿਤੇ ਨਾ ਕਿਤੇ ਇਸ ਗੱਲ ਦਾ ਇਸ਼ਾਰਾ ਕਰਦਾ ਹੈ, ਜੇਕਰ ਗਲਤੀ ਕੋਈ ਪੰਜਾਬ ਦਾ ਬੰਦਾ ਵੀ ਕਰੇ ਤਾਂ ਵੀ ਇਹ ਜੋ ਅਣਖੀ ਲੋਕ ਹੈ ਉਸ ਗੱਲ ਨੂੰ ਉਸ ਵਕਤ ਤੱਕ ਨਹੀਂ ਖਤਮ ਕਰਦੇ ਜਦੋਂ ਤੱਕ ਉਹ ਗੱਲ ਉਸ ਪਾਸਿਓਂ ਨਾ ਮੁੱਕ ਜਾਵੇ। ਫਿਰ ਕੇਂਦਰ ਸਰਕਾਰ ਇੱਥੋਂ ਹੀ ਸਹਿਜ ਅੰਦਾਜ਼ਾ ਲਾ ਸਕਦੀ ਹੈ ਕਿ ਇਸ ਕਿਸਾਨ ਅੰਦੋਲਨ ਦੇ ਲਈ ਇਹ ਪੂਰੇ ਜੋ ਪੰਜਾਬੀ ਲੋਕ ਨੇ ਕਿੰਨੇ ਪੱਧਰ ਤੱਕ ਔਰ ਕਿੰਨੀ ਸੱਦਤ ਤੱਕ ਡਟੇ ਹੋਏ ਨੇ। ਫਿਲਹਾਲ ਡੇਲੀ ਪੋਸਟ ਪੰਜਾਬੀ ਦੇ ਲਈ ਕੈਮਰਾਮੈਨ ਪਰਮਿੰਦਰ ਦੇ ਨਾਲ ਸਿੰਧੂ ਬਾਰਡਰ ਦਿੱਲੀ ਤੋਂ ਗੌਰਵ ਰਾਣਾ ਦੀ ਰਿਪੋਰਟ।
ਖੇਤੀਬਾੜੀ ਬਿੱਲ ਦੇ ਵਿਰੋਧ ਵਿੱਚ ਨਿਰੰਤਰ ਕਿਸਾਨ ਅੰਦੋਲਨ ਜਾਰੀ ਹੈ। ਅੱਜ ਤੁਸੀਂ ਥੋੜੀ ਦੇਰ ਪਹਿਲਾਂ ਦੇਖਿਆ ਕਿ ਪੰਜਾਬ ਦੇ ਗਾਇਕ ਗੁਰਦਾਸ ਮਾਨ ਵੀ ਇੱਥੇ ਪੁੱਜੇ ਸੀ ਤੇ ਉਹਨਾਂ ਦੇ ਪਹੁੰਚਦੇ ਹੀ ਕਈ ਤਰ੍ਹਾਂ ਦੇ ਉੱਥੇ ਹਾਲਾਤ ਬਣੇ ਹੈ, ਪਰ ਸਥਿਤੀ ਫਿਰ ਵੀ ਕੰਟਰੋਲ 'ਚ ਹੋ ਗਈ। ਸੋ ਇੱਥੇ ਨੌਜਵਾਨ ਮੌਜੂਦ ਹੈ, ਪੂਰਾ ਦਿਨ ਇੱਥੇ ਪੂਰੀ ਰਾਤ ਇਸ ਅੰਦੋਲਨ ਵਿੱਚ ਡਟੇ ਰਹਿੰਦੇ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ, ਕੀ ਨਾਮ ਹੈ ਔਰ ਜੋ ਗੁਰਦਾਸ ਮਾਨ ਵਾਲਾ ਐਪੀਸੋਡ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਸਵਿੰਦਰ ਸਿੰਘ ਨਾਮ ਹੈ ਜੀ, ਸ਼੍ਰੀ ਅਨੰਦਪੁਰ ਸਾਹਿਬ ਤੋਂ ਆਏ ਹਾਂ। ਗੁਰਦਾਸ ਮਾਨ ਬਾਰੇ ਕਹਿਣਾ ਇਹ ਹੈ ਜੀ, ਪਹਿਲਾਂ ਤਾਂ ਉਹ ਪੰਜਾਬੀ ਬੋਲੀ ਦੇ ਵਿਰੋਧ 'ਚ ਬੋਲਿਆ, ਹਜਾ ਉਹ ਮਸਲਾ ਉਹਦਾ ਖਤਮ ਨਹੀਂ ਹੋਇਆ ਸੀ। ਮੁੜ ਕੇ ਉਹਨੇ ਸਟੇਜ ਤੋਂ ਗਾਲ ਕੱਢਤੀ, ਉਹ ਵੀ ਮਸਲਾ ਖਤਮ ਨਹੀਂ ਹੋਇਆ। ਨਾ ਉਹਦੇ ਬਾਰੇ ਉਹਨੇ ਕੋਈ ਮਾਫੀ ਮੰਗੀ, ਨਾ ਇਸ ਚੀਜ਼ ਤੋਂ ਮੁਨਕਰ ਹੋਇਆ ਵੀ ਮੇਰੇ ਤੋਂ ਜਿਹੜਾ ਵਿਵਾਨ ਹੈ ਜਿਹੜਾ ਇਹ ਗਲਤ ਬਿਆਨ ਦੇ ਹੋ ਗਿਆ, ਪਰ ਉਹਨੇ ਇਸ ਹੱਕ ਦੇ ਵਿੱਚ ਕੋਈ ਗੱਲ ਨਹੀਂ ਬੋਲੀ। ਹੁਣ ਇੱਥੇ ਸਟੇਜ ਤੇ ਆਇਆ, ਲੋਕਾਂ ਨੇ ਉਹਨੂੰ ਬੋਲਣ ਤੋਂ ਨਾ ਦੇ ਦਿੱਤੀ, ਪਿੱਛੇ ਬੋਲਣਾ ਨਹੀਂ ਹੈਗਾ। ਪਿੱਛੋਂ ਕੁਝ ਆਵਾਜ਼ਾਂ ਉੱਠੀਆਂ ਜੀ, ਕੁਝ ਲੋਕ ਚਾਹੁੰਦੇ ਵੀ ਸੀਗੇ ਜੋ ਉਹਦੇ ਹੱਕ 'ਚ ਸੀਗੇ, ਪਰ ਜਦੋਂ ਉਹਨੂੰ ਇਹ ਨਹੀਂ ਪਤਾ ਸੀਗਾ ਵੀ ਜਿਹੜੀ ਪੰਜਾਬੀ ਮਾਂ ਬੋਲੀ ਆ ਉਹਨੇ ਤੈਨੂੰ ਬਾਬਾ ਬੋੜ ਦਾ ਖਿਤਾਬ ਦਿੱਤਾ ਤੇ ਅੱਜ ਤੂੰ ਉਹਦੇ ਵਿਰੋਧ 'ਚ ਪੁੱਕਦਾ। ਜਿਹੜੇ ਇਦਾਂ ਦੇ ਖੋਟੇ ਸਿੱਕੇ ਇਹਨਾਂ ਦੀ ਸਾਨੂੰ ਲੋੜ ਨਹੀਂ ਹੈਗੀ, ਆਪਾਂ ਨੂੰ ਚਾਹੀਦੇ ਖਰੇ ਸਿੱਕੇ। 100 ਖੋਟਾ ਸਿੱਕਾ ਹੋਣ ਨਾਲੋਂ ਇੱਕ ਖਰਾ ਸਿੱਕਾ ਹੋਣਾ 100 ਗੁਣਾ ਚੰਗਾ ਹੈ। ਇਹੋ ਜਿਹੇ ਲੋਕਾਂ ਨੂੰ ਸਟੇਜ ਤੇ ਬਿਲਕੁਲ ਵੀ ਬੋਲਣ ਨਹੀਂ ਦੇਣਾ ਚਾਹੀਦਾ। ਦੇਖਿਆ ਜਾਵੇ ਪੰਜਾਬੀ ਕਲਾਕਾਰਾਂ ਨੂੰ ਕਾਫੀ ਸਮਾਂ ਦਿੱਤਾ ਜਾ ਰਿਹਾ, ਮਾਣ ਇੱਜ਼ਤ ਵੀ ਦਿੱਤਾ ਜਾ ਰਿਹਾ, ਉਹੀ ਪੁਰਾਣੀ ਘਟਨਾ ਦੇ ਚੱਲਦੇ ਆ ਉਹਨਾਂ ਨੂੰ ਸਮਾਂ ਦਿੱਤਾ ਜਾ ਰਿਹਾ ਨਾ। ਜਿਹੜੇ ਲੋਕ ਅੱਜ ਸਾਡੇ ਨਾਲ ਖੜੇ ਆ ਤੇ ਪਹਿਲਾਂ ਵੀ ਸਾਡੇ ਨਾਲ ਖੜੇ ਸੀ, ਇਹ ਉਹ ਲੋਕ ਹੈ ਜਿਹੜੇ ਪਹਿਲਾਂ ਸਾਡੇ ਗਦਾਰ ਬਣਦੇ ਸੀਗੇ, ਸਾਡੇ ਇੱਕ ਤਰ੍ਹਾਂ ਦੇ ਸਾਡੇ ਵਿਰੋਧ ਚੱਲਦੇ ਸੀਗੇ, ਤੇ ਅੱਜ ਇਹਨਾਂ ਨੂੰ ਲੱਗਿਆ ਵੀ ਜੇ ਆਪਾਂ ਇਸ ਧਰਨੇ ਤੇ ਨਾ ਆ ਕੇ ਬੋਲਾਂਗੇ ਤਾਂ ਸਾਨੂੰ ਕੱਲ ਦੀਆਂ ਸਟੇਜਾਂ ਨਹੀਂ ਮਿਲਣਗੀਆਂ। ਆਪਣੀ ਸਟੇਜ ਪੱਕੀ ਕਰਨ ਵਾਸਤੇ ਇੱਥੇ ਆਏ, ਨਾ ਕਿ ਸਾਡੇ ਕਿਸਾਨਾਂ ਦੇ ਹੱਕ ਵਿੱਚ ਆਏ। ਬਿਲਕੁਲ ਗੱਲਬਾਤ ਜਾਰੀ ਰਹੀ ਕਿਸਾਨਾਂ ਨਾਲ। ਕੀ ਨਾਮ ਹੈ ਜੀ, ਕਿੱਥੋਂ ਆਏ ਔਰ ਕੀ ਕਹਿਣਾ ਚਾਹੁੰਦੇ ਹੋ ਜੋ ਪੂਰਾ ਕਰਨਾ? ਮੇਰਾ ਨਾਮ ਦਵਿੰਦਰਪਾਲ ਸਿੰਘ ਪੂਰਾ, ਹੈਪੀ ਪਿੰਡ ਬਸੀ, ਸਾਬਕਾ ਸਰਪੰਚ, ਬਲਾਕ ਨੂਰਪੁਰ ਬੇਦੀ, ਤਹਿਸੀਲ ਅਨੰਦਪੁਰ ਸਾਹਿਬ, ਜ਼ਿਲ੍ਹਾ ਰੋਪੜ। ਅਸੀਂ ਭਾਜੀ ਤਕਰੀਬਨ 27 ਤਰੀਕ ਤੋਂ ਇੱਥੇ ਧਰਨੇ 'ਚ ਬੈਠੇ ਆ ਜੀ, ਤੇ ਬਹੁਤ ਕੁਝ ਇੱਥੇ ਦੇਖਣ ਨੂੰ ਮਿਲਿਆ। ਅਸੀਂ ਗੱਲ ਤੁਹਾਡੀ ਠੀਕ ਹੈ, ਗੁਰਦਾਸ ਮਾਨ ਅੱਜ ਆ ਗਿਆ, ਪਰ ਗੁਰਦਾਸ ਮਾਨ ਨਾ ਤਾਂ ਜਿਹੜੇ ਆਪਣੇ ਪਿਛਲੇ 2 ਮਹੀਨੇ ਤੋਂ ਪੰਜਾਬ 'ਚ ਕਿਸੇ ਵੀ ਨਹੀਂ ਆਇਆ, ਕਿਸੇ ਧਰਨੇ 'ਚ ਤਾਂ ਆ ਕੇ ਚਲੋ ਸਮੂਲੀਅਤ ਕਰਦੇ ਆਪਣੀ, ਫਿਰ ਵੀ ਲੋਕਾਂ, ਪਰ ਅੱਜ ਜੋ ਕਿਸਾਨ ਆ ਉਹਨਾਂ 'ਚ ਬਿਲਕੁਲ ਰੋਸ ਹੈ ਵੀ ਅੱਜ ਇੱਕ ਆਪਣੀ ਸਫਾਈ ਦੇਣ ਵਾਸਤੇ ਇੱਥੇ ਆ ਗਏ ਆ। ਲੱਗਦਾ ਕਿ ਜਦੋਂ ਚਰਮ ਪਰ ਪੁੱਜ ਗਿਆ ਪ੍ਰਦਰਸ਼ਨ ਫਿਰ ਆਏ। ਬਿਲਕੁਲ ਬਿਲਕੁਲ, ਹੁਣ ਜਿਹੜਾ ਸਾਡਾ ਅੰਦੋਲਨ ਹੈ 96% ਪੂਰਾ ਸਿਖਰਾਂ ਤੇ ਹੈ, ਸਿਰਫ 4% ਦੀ ਬਾਕੀ ਹੈ। ਇਹ ਤਾਂ ਸਵਾਦ ਆਣਾ ਸੀਗਾ ਜਦੋਂ ਇਹ 2 ਮਹੀਨੇ ਤੋਂ ਪਹਿਲਾਂ ਬੇਸ਼ੱਕ ਇੱਕ ਵਾਰੀ ਵੀ ਆ ਜਾਂਦਾ। ਹੁਣ ਦਲਜੀਤ, ਸਾਡੇ ਜਿਹੜੇ ਕਲਾਕਾਰ ਦਲਜੀਤ ਦੋਸਾਂਝ ਜੀ, ਉਹਨਾਂ ਨੇ ਆ ਕੇ ਉਹ ਪਹਿਲਾਂ ਵੀ ਆਏ, 1 ਕਰੋੜ ਰੁਪਈਆ ਦਿੱਤਾ, 20 ਲੱਖ ਰੁਪਇਆ ਉਹ ਕਿਸਾਨ ਨੂੰ ਵੀ ਦਿੱਤਾ ਹੈ ਜਿਹੜਾ ਵਿਚਾਰੇ ਦੀ ਮੌਤ ਹੋ ਗਈ ਹੈ। ਸਾਨੂੰ ਇਹੋ ਜਿਹੇ ਬੰਦੇ ਦੀ ਲੋੜ ਹੈ, ਨਾ ਕਿ ਸਾਨੂੰ ਫੋਕੀ ਸ਼ੌਹਰਤਾਂ ਦੀ ਸਾਨੂੰ ਕਿਸੇ ਦੀ ਕੋਈ ਜ਼ਰੂਰਤ ਨਹੀਂ ਹੈ। ਬਿਲਕੁਲ ਸੁਣ ਸਕਦੇ ਹੋ ਹਾਲਾਤ। ਜਸਵਿੰਦਰ ਸਿੰਘ ਜੀ, ਹਾਲਾਤ ਚਲੋ ਹਰ ਵਰਗ ਮਦਦ ਕਰ ਰਿਹਾ, ਇਸ ਅੰਦੋਲਨ ਵਿੱਚ ਹਿੱਸਾ ਬਣ ਰਿਹਾ ਹੈ, ਕੀ ਕਹਿਣਾ ਚਾਹੋਗੇ ਜੋ ਇਸ ਤਰ੍ਹਾਂ ਦੇ ਐਪੀਸੋਡ ਹੋ ਜਾਂਦੇ ਕਲਾਕਾਰਾਂ ਨੂੰ, ਕੀ ਮੈਸੇਜ ਦੇਣਾ ਚਾਹੁੰਦੇ? ਮੈਸੇਜ ਤਾਂ ਮੇਰਾ ਇਹੋ ਹੈ ਵੀ ਜਿਹੜੇ ਚੰਗੇ ਕਲਾਕਾਰ ਹੈ ਉਹ ਅੱਗੇ ਆਉਣ, ਤੇ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਉਹਨਾਂ ਨੂੰ ਸਟੇਜ ਤੇ ਬੋਲਣ ਦਾ ਮੌਕਾ ਵੀ ਦਿੱਤਾ ਜਾਵੇ। ਆਪਣੇ ਪੰਜਾਬੀਆਂ ਨਾਲੋਂ ਜ਼ਿਆਦਾ ਹਰਿਆਣੇ ਦੇ ਲੋਕਾਂ ਨੂੰ, ਯੂਪੀ ਦੇ ਆ, ਰਾਜਸਥਾਨ ਤੋਂ ਜਿੱਥੋਂ ਵੀ ਆ ਰਹੇ ਆ ਲੋਕ, ਉਹਨਾਂ ਨੂੰ ਸਮਾਂ ਵੱਧ ਦਿੱਤਾ ਜਾਵੇ। ਬਾਕੀ ਗੱਲ ਰਹੀ ਗੁਰਦਾਸ ਮਾਨ ਦੀ, ਗੁਰਦਾਸ ਮਾਨ ਨੇ ਵੀ ਬੜਾ ਇੱਕ ਸਮਾਂ ਦਿੱਤਾ, ਕਿਆ ਉਹਨਾਂ ਨੂੰ ਜੋ ਇਹ ਘਟਨਾ ਹੋਈ ਉਹਨੂੰ ਨਿਬੇੜ ਲੈਣਾ ਨਹੀਂ ਚਾਹੀਦਾ? ਸਮਾਂ ਦਿੱਤਾ। ਦੇਖੋ ਗੁਰਦਾਸ ਮਾਨ ਨੂੰ ਵੀ ਪੰਜਾਬ ਨੇ ਕੋਈ ਘੱਟ ਨਹੀਂ ਦਿੱਤਾ, ਉਹਨੂੰ ਕਿੱਥੋਂ ਚੱਕ ਕੇ ਜੀਰੋ ਤੋਂ ਚੱਕ ਕੇ ਹੀਰੋ ਬਣਾਇਆ, ਸਿਖਰਾਂ ਤੇ ਲੈ ਕੇ ਗਏ। ਪਰ ਅੱਜ ਉਹਨੇ ਕੀਤਾ ਕੀ ਹੈ? ਉਹ ਸਟੇਜ ਤੋਂ ਜਾ ਕੇ ਬੋਲਦਾ, ਗਾਲਾਂ ਕੱਢਦਾ, ਕਿਆ ਉਹਨੂੰ ਇਹ ਚੀਜ਼ ਚੰਗੀ ਸ਼ੋਭਾ ਦਿੰਦੀ ਏ? ਬਾਬਾ ਬੋੜ ਕਿਹਾ ਜਾਂਦਾ ਸੀਗਾ ਉਹਨੂੰ। ਜੇ ਉਹਨੂੰ ਅੱਜ ਚੇਤਾ ਆ ਗਿਆ ਵੀ ਆਪਾਂ ਕਿਸਾਨਾਂ ਦੇ ਹੱਕ 'ਚ ਜਾਣਾ, ਹੁਣ ਦੇਖਿਆ ਉਹਨੇ ਵੀ ਜਿਹੜੀ ਲਹਿਰ ਹੈ, ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਸਿਖਰਾਂ ਤੇ ਪਹੁੰਚ ਗਿਆ, ਤੇ ਅੱਜ ਦਿੱਲੀ ਪਹੁੰਚ ਗਿਆ ਜੀ, ਸਿੰਘੂ ਬਾਰਡਰ ਤੇ ਉਹ। ਤੇ ਪਿਛਲੇ 2 ਮਹੀਨੇ ਤੋਂ ਜਿਹੜੇ ਰੋਡਾਂ ਤੇ ਬੈਠੇ ਉਸ ਟਾਈਮ ਕਿੱਥੇ ਸੀ ਉਹ? ਉਹਨੂੰ ਟੋਲ ਟੈਕਸ ਨਹੀਂ ਦਿਖਦੇ ਸੀ, ਜਾਂ ਜਿਹੜੇ ਰੇਲਵੇ ਟਰੈਕ ਬੰਦ ਕੀਤੇ ਸੀ ਉਹ ਉਹਨੂੰ ਦਿਖਦੇ ਨਹੀਂ ਸੀਗੇ। ਉਸ ਟਾਈਮ ਤੱਕ ਚੁੱਪ ਧਾਰ ਕੇ ਬੈਠਾ ਸੀ, ਗੁੰਗਾ ਬਣ ਕੇ ਬੈਠਾ ਸੀਗਾ। ਅੱਜ ਉਹਨੂੰ ਬੋਲਣ ਦਾ ਪਤਾ ਲੱਗ ਗਿਆ ਵੀ ਆਪਾਂ ਉੱਥੇ ਜਾਣਾ ਹੈ। ਕਿਤੇ ਨਾ ਕਿਤੇ ਜੋ ਲੇਟ ਐਂਟਰੀ ਹੈ ਗੁਰਦਾਸ ਮਾਨ ਦੀ ਇੱਥੇ ਹੋਈ ਹੈ, ਬਿਲਕੁਲ ਤੁਹਾਡੇ ਸਾਹਮਣੇ ਹਾਲਾਤ ਸੀ ਜਦੋਂ ਉਹ ਐਂਟਰ ਕਰੇ ਸੀ, ਉਸ ਵਕਤ ਪਿੱਛੋਂ ਕੁਝ ਆਵਾਜ਼ਾਂ ਉੱਠੀਆਂ ਸੀ ਕਿ ਬੋਲਣ ਨਾ ਦਿੱਤਾ ਜਾਵੇ, ਤੇ ਕਾਫੀ ਲੋਕ ਜੋ ਉੱਥੇ ਬੈਠੇ ਚਾਹੁੰਦੇ ਵੀ ਸੀ ਬੋਲਣ, ਪਰ ਜੋ ਉੱਥੇ ਦੇ ਪ੍ਰਬੰਧਕ ਸੀ ਮੌਕੇ ਦੇ, ਤੇ ਉਹਨਾਂ ਨੇ ਸਥਿਤੀ ਨੂੰ ਸੰਭਾਲ ਲਿਆ, ਕੰਟਰੋਲ ਰੱਖਿਆ। ਕੋਈ ਵਾਦ ਵਿਵਾਦ ਵਾਲੀ ਗੱਲ ਉੱਥੇ ਖੈਰ ਜ਼ਿਆਦਾ ਨਹੀਂ ਹੋਈ, ਪਰ ਜੋ ਹਾਲਾਤ ਤੁਹਾਡੇ ਸਾਹਮਣੇ ਨੇ, ਕਿਉਂਕਿ ਇਹ ਯੂਥ ਹੈ ਪੰਜਾਬ ਦਾ, ਜੋ ਇਹਨਾਂ ਦੀਆਂ ਮਨਾਂ ਦੀਆਂ ਭਾਵਨਾ ਹੈ, ਕਿਤੇ ਨਾ ਕਿਤੇ ਕਿਸੇ ਸਮੇਂ ਦੇ ਵਿੱਚ ਜੋ ਸ਼ਬਦ ਕਹੇ ਗਏ ਸੀ ਉਹ ਪੂਰੇ ਮਾਮਲੇ ਨੂੰ, ਜਾਂ ਕਿਸਾਨਾਂ ਦਾ ਜਿਸ ਤਰ੍ਹਾਂ ਕਹਿਣਾ ਕਿ 2 ਮਹੀਨੇ ਤੋਂ ਲਗਾਤਾਰ ਅਸੀਂ ਸੜਕਾਂ ਤੇ ਆ, 3 ਮਹੀਨੇ ਤੋਂ ਸੜਕਾਂ ਤੇ ਆ, ਸਾਡਾ ਉਸ ਵਕਤ ਵੀ ਉਹਨਾਂ ਨੂੰ ਆ ਕੇ ਸਾਥ ਦੇਣਾ ਚਾਹੀਦਾ ਹੈ। ਕਿਤੇ ਨਾ ਕਿਤੇ ਇਸ ਗੱਲ ਦਾ ਇਸ਼ਾਰਾ ਕਰਦਾ ਹੈ, ਜੇਕਰ ਗਲਤੀ ਕੋਈ ਪੰਜਾਬ ਦਾ ਬੰਦਾ ਵੀ ਕਰੇ ਤਾਂ ਵੀ ਇਹ ਜੋ ਅਣਖੀ ਲੋਕ ਹੈ ਉਸ ਗੱਲ ਨੂੰ ਉਸ ਵਕਤ ਤੱਕ ਨਹੀਂ ਖਤਮ ਕਰਦੇ ਜਦੋਂ ਤੱਕ ਉਹ ਗੱਲ ਉਸ ਪਾਸਿਓਂ ਨਾ ਮੁੱਕ ਜਾਵੇ। ਫਿਰ ਕੇਂਦਰ ਸਰਕਾਰ ਇੱਥੋਂ ਹੀ ਸਹਿਜ ਅੰਦਾਜ਼ਾ ਲਾ ਸਕਦੀ ਹੈ ਕਿ ਇਸ ਕਿਸਾਨ ਅੰਦੋਲਨ ਦੇ ਲਈ ਇਹ ਪੂਰੇ ਜੋ ਪੰਜਾਬੀ ਲੋਕ ਨੇ ਕਿੰਨੇ ਪੱਧਰ ਤੱਕ ਔਰ ਕਿੰਨੀ ਸੱਦਤ ਤੱਕ ਡਟੇ ਹੋਏ ਨੇ। ਫਿਲਹਾਲ ਡੇਲੀ ਪੋਸਟ ਪੰਜਾਬੀ ਦੇ ਲਈ ਕੈਮਰਾਮੈਨ ਪਰਮਿੰਦਰ ਦੇ ਨਾਲ ਸਿੰਧੂ ਬਾਰਡਰ ਦਿੱਲੀ ਤੋਂ ਗੌਰਵ ਰਾਣਾ ਦੀ ਰਿਪੋਰਟ।
ਖੇਤੀਬਾੜੀ ਬਿੱਲ ਦੇ ਵਿਰੋਧ ਵਿੱਚ ਨਿਰੰਤਰ ਕਿਸਾਨ ਅੰਦੋਲਨ ਜਾਰੀ ਹੈ। ਅੱਜ ਤੁਸੀਂ ਥੋੜੀ ਦੇਰ ਪਹਿਲਾਂ ਦੇਖਿਆ ਕਿ ਪੰਜਾਬ ਦੇ ਗਾਇਕ ਗੁਰਦਾਸ ਮਾਨ ਵੀ ਇੱਥੇ ਪੁੱਜੇ ਸੀ ਤੇ ਉਹਨਾਂ ਦੇ ਪਹੁੰਚਦੇ ਹੀ ਕਈ ਤਰ੍ਹਾਂ ਦੇ ਉੱਥੇ ਹਾਲਾਤ ਬਣੇ ਆ, ਪਰ ਸਥਿਤੀ ਫਿਰ ਵੀ ਕੰਟਰੋਲ 'ਚ ਹੋ ਗਈ। ਸੋ ਇੱਥੇ ਨੌਜਵਾਨ ਮੌਜੂਦ ਹੈ, ਪੂਰਾ ਦਿਨ ਇੱਥੇ ਪੂਰੀ ਰਾਤ ਇਸ ਅੰਦੋਲਨ ਵਿੱਚ ਡਟੇ ਰਹਿੰਦੇ ਨੇ। ਇਹਨਾਂ ਨਾਲ ਗੱਲਬਾਤ ਕਰਦੇ ਆ ਜੀ, ਕੀ ਨਾਮ ਹੈ ਔਰ ਜੋ ਗੁਰਦਾਸ ਮਾਨ ਵਾਲਾ ਐਪੀਸੋਡ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਸਵਿੰਦਰ ਸਿੰਘ ਨਾਮ ਹੈ ਜੀ, ਸ਼੍ਰੀ ਅਨੰਦਪੁਰ ਸਾਹਿਬ ਤੋਂ ਆਏ ਆ। ਗੁਰਦਾਸ ਮਾਨ ਬਾਰੇ ਕਹਿਣਾ ਇਹ ਹੈ ਜੀ, ਪਹਿਲਾਂ ਤਾਂ ਉਹ ਪੰਜਾਬੀ ਬੋਲੀ ਦੇ ਵਿਰੋਧ 'ਚ ਬੋਲਿਆ, ਹਜਾ ਉਹ ਮਸਲਾ ਉਹਦਾ ਖਤਮ ਨਹੀਂ ਹੋਇਆ ਸੀ। ਮੁੜ ਕੇ ਉਹਨੇ ਸਟੇਜ ਤੋਂ ਗਾਲ ਕੱਢਤੀ, ਉਹ ਵੀ ਮਸਲਾ ਖਤਮ ਨਹੀਂ ਹੋਇਆ। ਨਾ ਉਹਦੇ ਬਾਰੇ ਉਹਨੇ ਕੋਈ ਮਾਫੀ ਮੰਗੀ, ਨਾ ਇਸ ਚੀਜ਼ ਤੋਂ ਮੁਨਕਰ ਹੋਇਆ ਵੀ ਮੇਰੇ ਤੋਂ ਜਿਹੜਾ ਵਿਵਾਨ ਹੈ ਜਿਹੜਾ ਇਹ ਗਲਤ ਬਿਆਨਦੇਹ ਹੋ ਗਿਆ, ਪਰ ਉਹਨੇ ਇਸ ਹੱਕ ਦੇ ਵਿੱਚ ਕੋਈ ਗੱਲ ਨਹੀਂ ਬੋਲੀ। ਹੁਣ ਇੱਥੇ ਸਟੇਜ ਤੇ ਆਇਆ, ਲੋਕਾਂ ਨੇ ਉਹਨੂੰ ਬੋਲਣ ਤੋਂ ਨਾ ਦੇ ਦਿੱਤੀ, ਪਿੱਛੇ ਬੋਲਣਾ ਨਹੀਂ ਹੈਗਾ। ਪਿੱਛੋਂ ਕੁਝ ਆਵਾਜ਼ਾਂ ਉੱਠੀਆਂ ਜੀ। ਕੁਝ ਲੋਕ ਚਾਹੁੰਦੇ ਵੀ ਸੀਗੇ ਜੋ ਉਹਦੇ ਹੱਕ 'ਚ ਸੀਗੇ, ਪਰ ਜਦੋਂ ਉਹਨੂੰ ਇਹ ਨਹੀਂ ਪਤਾ ਸੀਗਾ ਵੀ ਜਿਹੜੀ ਪੰਜਾਬੀ ਮਾਂ ਬੋਲੀ ਆ ਉਹਨੇ ਤੈਨੂੰ ਬਾਬਾ ਬੋੜ ਦਾ ਖਿਤਾਬ ਦਿੱਤਾ ਤੇ ਅੱਜ ਤੂੰ ਉਹਦੇ ਵਿਰੋਧ 'ਚ ਪੁੱਕਦਾ। ਜਿਹੜੇ ਇਦਾਂ ਦੇ ਖੋਟੇ ਸਿੱਕੇ ਇਹਨਾਂ ਦੀ ਸਾਨੂੰ ਜ਼ਰੂਰਤ ਨਹੀਂ ਹੈਗੀ, ਆਪਾਂ ਨੂੰ ਚਾਹੀਦੇ ਖਰੇ ਸਿੱਕੇ। 100 ਖੋਟਾ ਸਿੱਕਾ ਹੋਣ ਨਾਲੋਂ ਇੱਕ ਖਰਾ ਸਿੱਕਾ ਹੋਣਾ 100 ਗੁਣਾ ਚੰਗਾ ਹੈ। ਇਹੋ ਜਿਹੇ ਲੋਕਾਂ ਨੂੰ ਸਟੇਜ ਤੇ ਬਿਲਕੁਲ ਵੀ ਬੋਲਣ ਨਹੀਂ ਦੇਣਾ ਚਾਹੀਦਾ। ਜੇ ਦੇਖਿਆ ਜਾਵੇ ਪੰਜਾਬੀ ਕਲਾਕਾਰਾਂ ਨੂੰ ਕਾਫੀ ਸਮਾਂ ਦਿੱਤਾ ਜਾ ਰਿਹਾ, ਮਾਣ ਇੱਜ਼ਤ ਵੀ ਦਿੱਤਾ ਜਾ ਰਿਹਾ, ਉਹੀ ਪੁਰਾਣੀ ਘਟਨਾ ਦੇ ਚੱਲਦੇ ਆ ਉਹਨਾਂ ਨੂੰ ਸਮਾਂ ਦਿੱਤਾ ਜਾ ਰਿਹਾ ਨਾ। ਜਿਹੜੇ ਲੋਕ ਅੱਜ ਸਾਡੇ ਨਾਲ ਖੜੇ ਆ ਤੇ ਪਹਿਲਾਂ ਵੀ ਸਾਡੇ ਨਾਲ ਖੜੇ ਸੀ, ਇਹ ਉਹ ਲੋਕ ਹੈ ਜਿਹੜੇ ਪਹਿਲਾਂ ਸਾਡੇ ਗਦਾਰ ਬਣਦੇ ਸੀਗੇ, ਸਾਡੇ ਇੱਕ ਤਰ੍ਹਾਂ ਦੇ